ਸੋਹੀਐ ਸਭਨਾ ਦਾ ਵੇਸਾਹੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਵਾਹੁ ਵਾਹੁ ਬਾਣੀ ਨਿਰੰਕਾਰ ਹੈ, ਤਿਸ ਜੇ ਵਡ ਅਵਰ ਨਾ ਕੋਇ। ਵਾਹੁ ਵਾਹੁ ਅਗਮ ਅਥਾਹੁ ਹੈ, ਵਾਹੁ ਵਾਹੁ ਸੱਚਾ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਪੰਜਵਾ। ਅਸ਼ਟਪਦੀਆ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਕਿਨਹੀ ਕੀਆ ਪਰ ਬਿਰਤ ਪਸਾਰਾ, ਕਿਨਹੀ ਕੀਆ ਪੂਜਾ ਬਿਸਖਾਰਾ। ਕਿਨਹੀ ਨਿਬਲ ਭਵਨ ਕਮ ਸਾਧੇ, ਬੋਹਿ ਦੀਨ ਹਰ ਹਰ ਆਰਾਧੇ। ਤੇਰਾ ਭਰੋਸਾ ਪਿਆਰੇ, ਆਨ ਨਾ ਜਾਣਾ ਵਿਸਾਰ ਰਹਾਉ। ਕਿਨਹੀ ਕੀਆ ਪਰ ਬਿਰਤ ਪਸਾਰਾ, ਕਿਨਹੀ ਕੀਆ ਪੂਜਾ ਵਿਸਥਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ੇ, ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਇਸੇ ਅਸਥਾਨ ਤੇ ਜਿੰਨਾ ਚਿਰ ਗਰੀਬ ਨਵਾਜ਼ ਸਾਹਿਬ ਜੀ ਨੇ ਗੁਰਦੁਆਰਾ ਸ੍ਰੀ ਹਟ ਸਾਹਿਬ ਵਾਲੇ ਅਸਥਾਨ ਤੇ ਮੋਦੀਖਾਨਾ ਕੀਤਾ, ਗਰੀਬਾਂ ਦੀਆਂ ਝੋਲੀਆਂ ਭਰੀਆਂ, ਜਨਮਾਂ ਜਨਮਾਂਤਰਾਂ ਦੀ ਕੰਗਾਲੀ ਦੂਰ ਕੀਤੀ, ਜਿੱਥੇ ਤੱਕੜੀ ਦੇ ਛਾਬੇ ਭਰ ਭਰ ਕੇ ਤੇਰਾ ਤੇਰਾ ਕਹਿ ਕਰਕੇ ਮਹਾਰਾਜ ਸਾਹਿਬ ਜੀ ਨੇ ਝੋਲੀਆਂ ਭਰੀਆਂ, ਉੱਥੇ ਨਾਮ ਦਾ ਖਜ਼ਾਨਾ ਵੰਡ ਕੇ, ਭਾਵ ਭਗਤੀ ਦੀ ਦਾਤ ਬਖਸ਼ ਕੇ, ਆਪਣੇ ਅੰਮ੍ਰਿਤਮਈ ਦੀਦਾਰ ਦੇ ਕੇ, ਆਪਣੀ ਮਿਹਰ ਦੀ ਨਿਗਾਹ ਪਾ ਕੇ
ਜੀਵਾਂ ਨੂੰ ਮਹਾਨ ਹੀ ਸਤਿਗੁਰੂ ਸਾਹਿਬ ਜੀ ਨੇ ਖਜ਼ਾਨਾ ਵੰਡਿਆ। ਔਰ ਜਿੰਨਾ ਚਿਰ ਮੋਦੀ ਖਾਨਾ ਕੀਤਾ, ਹਰ ਰੋਜ਼ ਅੰਮ੍ਰਿਤ ਵੇਲੇ ਸਤਿਗੁਰੂ ਜੀ ਇਸ ਸਥਾਨ ਤੇ ਆਇਆ ਕਰਦੇ। ਵੇਈ ਨਦੀ ਵਿੱਚ ਇਸ਼ਨਾਨ ਕਰਨ ਤੋਂ ਉਪਰੰਤ ਇੱਥੇ ਹੀ ਵੇਈ ਦੇ ਕੰਢੇ ਤੇ ਸਤਿਗੁਰੂ ਜੀ ਚੌਂਕੜਾ ਲਾ ਕੇ ਬੈਠਿਆ ਕਰਦੇ। ਗੁਰਦੁਆਰਾ ਸ੍ਰੀ ਬੇਰ ਸਾਹਿਬ ਵਾਲੇ ਸਥਾਨ ਤੇ। ਔਰ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਨੇ ਇਸ ਸੰਸਾਰ ਵਾਸਤੇ ਪੂਰਨੇ ਪਾਏ ਕਿ ਭਾਈ ਅੰਮ੍ਰਿਤ ਵੇਲੇ ਉਠੋ, ਇਸ਼ਨਾਨ ਕਰੋ, ਨਾਮ ਜਪੋ, ਗੁਰਬਾਣੀ ਦਾ ਅਭਿਆਸ ਕਰੋ। ਆਪਣੀ ਰਸਨਾ ਤੋਂ ਉਪਦੇਸ਼ ਵੀ ਬਖਸ਼ਿਆ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਕਿ ਵਾਹਿਗੁਰੂ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਸਾਰੀਆਂ ਦਾਤਾਂ ਹਨ। ਉਹਨਾਂ ਦਾਤਾਂ ਵਿੱਚੋਂ ਫਿਰ ਉਸ ਪਰਮੇਸ਼ਰ ਵਾਹਿਗੁਰੂ ਜੀ ਨੂੰ ਕੀ ਭੇਟ ਕੀਤਾ ਜਾਵੇ, ਜਿਸ ਕਰਕੇ ਉਸ ਪ੍ਰਭੂ ਦੇ ਦਰਬਾਰ ਦੇ ਦੀਦਾਰ ਪ੍ਰਾਪਤ ਹੋਣ। ਉਹ ਕਿਹੜੇ ਬੋਲ ਮੁਖ ਤੋਂ ਬੋਲੇ ਜਾਣ, ਜਿਨ੍ਹਾਂ ਨੂੰ ਸੁਣ ਕਰਕੇ ਉਹ ਸਾਡੇ ਨਾਲ ਪਿਆਰ ਕਰੇ। ਤਾਂ ਮਹਾਰਾਜ ਸਾਹਿਬ ਜੀ ਨੇ ਆਖਿਆ ਉਹ ਅੰਮ੍ਰਿਤ ਵੇਲਾ ਹੈ। ਔਰ ਪ੍ਰਭੂ ਦੀ ਵਡਿਆਈ ਨਾਲ ਜੁੜੀਏ, ਨਾਮ ਨਾਲ ਜੁੜੀਏ, ਉਸ ਦੀ ਵਡਿਆਈ ਕਰੀਏ। ਫੇਰ ਕੇ ਅੱਗੇ ਰੱਖੀਐ ਜਿੱਦ ਦਿਸੈ ਦਰਬਾਰ। ਮੋਹ ਕੇ ਬੋਲਣ ਬੋਲੀਐ ਜਿਤ ਸੋਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤੋ ਗਰੀਬ ਨਿਵਾਜ ਸਾਹਿਬ ਜੀ ਲੜੀਵਾਰ ਰੂਪ ਦੇ ਵਿੱਚ ਅੱਜ ਦਾ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰਾਮਕਲੀ ਰਾਗ ਦੀਆਂ ਅਸ਼ਟਪਦੀਆਂ ਵਿੱਚੋਂ ਗਰੀਬ ਨਿਵਾਜ 912 ਅੰਗ ਤੋਂ ਇਹ ਪਵਿੱਤਰ ਸ਼ਬਦ ਆਰੰਭ ਕਰਦੇ ਹਨ ਅਤੇ 913 ਅੰਗ ਤੇ ਇਸ ਪਾਵਨ ਸ਼ਬਦ ਦੀ ਸੰਪੂਰਨਤਾ ਹੀ ਹੁੰਦੀ ਹੈ। ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਸੰਸਾਰ ਦੇ ਅਨੇਕ ਪ੍ਰਕਾਰ ਦੇ ਪਸਾਰੇ ਦਾ ਜ਼ਿਕਰ ਕੀਤਾ ਹੈ, ਜਿਸ ਨੂੰ ਧਰਮ ਦੇ ਨਾਲ ਜੋੜ ਕਰਕੇ ਵੀ ਸੰਸਾਰ ਦੇ ਜੀਵ ਜੋ ਸਾਧਨ ਕਰਦੇ ਹਨ ਉਹਨਾਂ ਦਾ ਵੀ ਜ਼ਿਕਰ ਕੀਤਾ ਹੈ। ਜਿਵੇਂ ਸਤਿਗੁਰੂ ਜੀ ਕਿਰਪਾ ਕਰਦੇ ਹਨ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਪੰਜਵਾ। ਅਸ਼ਟਪਦੀਆ। ਰਾਮਕਲੀ ਰਾਗ ਹੈ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ। ਜਿਨ੍ਹਾਂ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਧੰਨ ਧੰਨ ਬੀਬੀ ਭਾਨੀ ਜੀ, ਤਿਨਾਂ ਦੇ ਗ੍ਰਹਿ ਵਿਖੇ 1620 ਬਿਕਰਮੀ ਸੰਮਤ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਪ੍ਰਗਟ ਹੋਏ। ਬਚਪਨ ਦੇ 11 ਸਾਲ ਨਾਨਾ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਬਤੀਤ ਹੋਏ। ਉਹਨਾਂ ਦਿਨਾਂ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਸੋਭਨੀਕ ਹੋ ਕਰਕੇ
ਸੰਗਤਾਂ ਨੂੰ ਦਰਸ਼ਨ ਦੇ ਕੇ, ਉਪਦੇਸ਼ ਦੇ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਨਿਹਾਲ ਕਰ ਰਹੇ ਸਨ। ਜਦੋਂ ਆਪ ਜੀ ਦਾ ਪ੍ਰਕਾਸ਼ ਹੋਇਆ ਤੇ ਬਚਪਨ ਦੇ 11 ਸਾਲ ਗੁਰੂ ਅਮਰਦਾਸ ਸਾਹਿਬ ਨਾਨਾ ਸਤਿਗੁਰੂ ਜੀ ਦੀ ਚਰਨ ਸ਼ਰਨ ਆਪ ਜੀ ਨੂੰ ਪ੍ਰਾਪਤ ਹੋਈ। ਕਿਉਂਕਿ 1620 ਬਿਕਰਮੀ ਸੰਮਤ ਜਦੋਂ ਪੰਚਮ ਪਾਤਸ਼ਾਹ ਮਹਾਰਾਜ ਪ੍ਰਗਟ ਹੁੰਦੇ ਹਨ ਤੇ 1631 ਬਿਕਰਮੀ ਸੰਮਤ ਨੂੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਤੀਜੇ ਪਾਤਸ਼ਾਹ ਜੀ ਨੇ ਸੱਚਖੰਡ ਬਿਆਨਾ ਕੀਤਾ। ਚੌਥੇ ਪਾਤਸ਼ਾਹ ਜੀ ਨੂੰ ਗੁਰਿਆਈ ਦੇ ਕੇ ਉਹਨਾਂ 11 ਵਰ੍ਹਿਆਂ ਦੇ ਵਿੱਚ ਆਪ ਜੀ ਨੂੰ ਨਾਨਾ ਸਤਿਗੁਰੂ ਜੀ ਵੱਲੋਂ ਬਖਸ਼ਿਸ਼ਾਂ ਪ੍ਰਾਪਤ ਹੋਈਆਂ। ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਹਰ ਰੋਜ਼ ਰਹਿਣਾ ਤੇ ਇੱਕ ਦਿਨ ਖੇਡਦਿਆਂ ਰਿੜਦਿਆਂ ਹੋਇਆਂ ਪਾਵਨ ਸਰੀਰ ਮਿੱਟੀ ਦੇ ਨਾਲ ਲਿਬੜਿਆ ਹੋਇਆ ਹੈ ਤੇ ਨਾਨਾ ਸਤਿਗੁਰੂ ਜੀ ਦੇ ਆ ਕੇ ਪਲੰਘੇ ਨੂੰ ਫੜ ਲੈਣਾ, ਪਾਵੇ ਨੂੰ ਫੜ ਕੇ, ਬਾਈ ਨੂੰ ਫੜ ਕੇ ਨਾਲ ਖਲੋ ਕੇ ਕਿਲਕਾਰੀਆਂ ਮਾਰਨੀਆਂ, ਨਾਲੇ ਆਪਣਾ ਸਰੀਰ ਸਾਰਾ ਹਿਲਾਉਣਾ ਤੇ ਨਾਲੇ ਉਸ ਮੰਜੇ ਨੂੰ, ਪਲੰਘੇ ਨੂੰ ਹਿਲਾ ਦੇਣਾ। ਸਤਿਗੁਰੂ ਜੀ ਚੌਂਕੜਾ ਲੱਗਾ ਹੋਇਆ ਮੰਜੇ ਦੇ ਉੱਤੇ, ਨੇਤਰ ਮੂੰਦੇ ਹੋਏ ਆ। ਸੁਭਾਵਕ ਹੀ ਬਚਨ ਕੀਤਾ ਮਹਾਰਾਜ ਸਾਹਿਬ ਜੀ ਨੇ, ਜੋ ਇਤਿਹਾਸ ਵਿੱਚ ਲਿਖਿਆ ਹੈ, ਕਿਹੜਾ ਵੱਡਾ ਪੁਰਖ ਹੈ ਭਾਰੀ, ਜਿਨੇ ਮੰਜੀ ਹਿਲਾਈ ਸਾਡੀ ਸਾਰੀ। ਤੇ ਸਪੁੱਤਰੀ ਬੀਬੀ ਭਾਨੀ ਜੀ ਪਾਸ ਹੀ ਸੇਵਾ ਕਰ ਰਹੇ ਸਨ ਝਾੜੂ ਦੀ। ਉਹਨਾਂ ਨੇ ਆ ਕਰਕੇ ਕਹਿਣਾ ਵੀ ਪਿਤਾ ਜੀ ਹੋਰ ਕੋਈ ਨਹੀਂ, ਤੁਹਾਡਾ ਆਪਣਾ ਹੀ ਦੋਹਤਾ ਹੈ। ਨੇਤਰ ਖੋਲੇ ਜਿਸ ਵੇਲੇ ਬੀਬੀ ਭਾਨੀ ਜੀ ਆਪ ਜੀ ਨੂੰ ਫੜ ਕੇ ਪਿੱਛੇ ਕਰਨ ਲੱਗੇ ਤੇ ਤੀਜੇ ਪਾਤਸ਼ਾਹ ਨੇ ਆਖ ਦਿੱਤਾ, ਰਹਿਣ ਦੇ, ਸਾਡੇ ਪਾਸ ਆਉਣ ਦੇ। ਮਹਾਰਾਜ ਸਾਹਿਬ ਜੀ ਨੇ ਦੋਹਾਂ ਬਾਹਾਂ ਤੋਂ ਫੜ ਕਰਕੇ ਉੱਪਰ ਨੂੰ ਚੁੱਕਿਆ, ਆਪਣੀ ਗੋਦੀ ਵਿੱਚ ਬਿਠਾਇਆ, ਨਾਲੇ ਬਚਨ ਕੀਤਾ ਭਾਰੀ ਗੁਰੂ ਹੋਣਗੇ ਤੇ ਗੋਦੀ ਵਿੱਚ ਬਿਠਾ ਕਰਕੇ ਪਿਆਰ ਦੇ ਕੇ ਆਖਿਆ, ਦੋਹਿਤਾ ਬਾਣੀ ਕਾ ਬੋਹਿਤਾ। ਇਹ ਸਾਡਾ ਦੋਹਤਾ ਸ੍ਰੀ ਅਰਜਨ ਦੇਵ ਇਹ ਬਾਣੀ ਦਾ ਜਹਾਜ਼ ਰਚੇਗਾ, ਬਾਣੀ ਦਾ ਜਹਾਜ਼ ਤਿਆਰ ਕਰੇਗਾ। ਐਸੀ ਬਖਸ਼ਿਸ਼ ਆਪ ਜੀ ਨੂੰ ਨਾਨਾ ਸਤਿਗੁਰੂ ਤੀਜੇ ਪਾਤਸ਼ਾਹ ਜੀ ਦੇ ਪਾਸੋਂ ਪ੍ਰਾਪਤ ਹੋਈ ਤੇ ਮਾਤਾ ਜੀ ਦੀ ਅਸੀਸ ਵੀ ਆਪ ਜੀ ਨੂੰ ਪ੍ਰਾਪਤ ਹੋਈ, ਜਿਸ ਦਾ ਜ਼ਿਕਰ ਆਪ ਜੀ ਨੇ ਆਪਣੇ ਬੋਲਾਂ ਵਿੱਚ ਹੀ ਕੀਤਾ ਹੈ ਕਿ ਸਾਡੀ ਮਾਤਾ ਜੀ ਨੇ ਸਾਨੂੰ ਇਹ ਅਸੀਸ ਦਿੱਤੀ। ਧੰਨ ਮਾਂ ਭਾਨੀ ਜੀ ਨੇ, ਪੂਤਾ ਮਾਤਾ ਕੀ ਆਸੀਸ, ਨਿਮਖਣਾ ਬਿਸਰਹੁ ਤੁਮ ਕਉ ਹਰ ਹਰ, ਸਦਾ ਭਜੋ ਜਗਦੀਸ਼। ਇਹ ਮਾਂ ਬੀਬੀ ਭਾਨੀ ਜੀ ਦੀ ਪਵਿੱਤਰ ਸੀਸ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਪ੍ਰਾਪਤ ਹੋਈ। ਔਰ ਗਰੀਬ ਨਵਾਜ਼ ਸਾਹਿਬ ਜੀ 16 ਵਰ੍ਹਿਆਂ ਦੀ ਸਰੀਰ ਕਾਰਬਲਾ ਹੋਈ ਤਾਂ ਆਪ ਜੀ ਦਾ ਆਨੰਦ ਕਾਰਜ ਮਓ ਸਾਹਿਬ ਨਗਰ ਆ ਫਲੌਰ ਦੇ ਇਲਾਕੇ 'ਚ ਮਾਤਾ ਗੰਗਾ ਜੀ ਦੇ ਨਾਲ ਹੋਇਆ। ਭਾਈ ਕਾਹਨ ਸਿੰਘ ਨਾਭਾ ਜੀ ਦੀ ਲਿਖਤ ਮੁਤਾਬਕ 1636 ਬਿਕਰਮੀ ਸੰਮਤ ਦੇ ਵਿੱਚ ਆਪ ਜੀ ਦਾ ਆਨੰਦ ਕਾਰਜ ਹੋਇਆ। 16 ਸਾਲਾਂ ਦੀ ਸਰੀਰ ਕਾਰਬਲਾ ਦੇ ਵਿੱਚ 2 ਸਾਲ ਬਾਅਦ ਜਦੋਂ 18 ਸਾਲ ਦੀ ਸਰੀਰ ਕਾਰਬਲਾ ਪੰਚਮ ਪਾਤਸ਼ਾਹ ਮਹਾਰਾਜ ਜੀ ਦੀ ਹੋਈ, 1638 ਬਿਕਰਮੀ ਸੰਮਤ ਨੂੰ ਤਾਂ ਗੁਰੂ ਕੇ ਚੱਕ ਨਗਰ ਦੇ ਵਿੱਚ
ਆਪ ਜੀ ਨੂੰ ਲਾਹੌਰ ਤੋਂ ਮੰਗਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜ ਕੇ ਚੌਥੇ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜੋ ਪਹਿਲਾ ਨਾਮ ਉਸ ਮੌਕੇ ਤੇ ਗੁਰੂ ਕਾ ਚੱਕ ਸੀ, ਅੰਮ੍ਰਿਤਸਰ ਸਾਹਿਬ ਦੇ ਵਿੱਚ ਮੰਗਾ ਕੇ ਤੇ ਗੁਰਤਾ ਗੱਦੀ ਦਾ ਤਖਤ ਗੁਰੂ ਰਾਮਦਾਸ ਸਾਹਿਬ ਪਿਤਾ ਜੀ ਨੇ ਬਖਸ਼ਿਆ। 18 ਸਾਲ ਦੀ ਸਰੀਰ ਕਾਰਬਲਾ ਵਿੱਚ ਪੰਚਮ ਪਾਤਸ਼ਾਹ ਗੁਰਤਾ ਗੱਦੀ ਦੇ ਤਖਤ ਤੇ ਸੋਭਨੀਕ ਹੋਏ 1638 ਬਿਕਰਮੀ ਸੰਮਤ ਦੇ ਵਿੱਚ। ਉਸ ਤੋਂ ਬਾਅਦ ਆਪ ਜੀ ਨੇ ਬੇਅੰਤ ਪਰਉਪਕਾਰ ਕੀਤੇ, ਬੇਅੰਤੀ ਸੇਵਾ ਮਹਾਰਾਜ ਸਾਹਿਬ ਜੀ ਨੇ ਕਰਵਾਈ। ਜਿਵੇਂ ਪਿਤਾ ਜੀ ਦੀ ਆਰੰਭ ਕੀਤੀ ਹੋਈ ਸੇਵਾ ਸੰਤੋਖਸਰ ਸਰੋਵਰ ਸਾਹਿਬ ਦੀ, ਸ੍ਰੀ ਅੰਮ੍ਰਿਤਸਰ ਸਰੋਵਰ ਸਾਹਿਬ ਦੀ ਪੌੜੀਆਂ ਪੱਕੀਆਂ ਕਰਵਾਉਣ ਦੀ, ਪ੍ਰਕਰਮਾਂ ਪੱਕੀਆਂ ਕਰਵਾਉਣ ਦੀ ਸੇਵਾ ਕਰਵਾਈ। ਔਰ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਆਗਿਆ ਕੀਤੀ ਸੀ ਕਿ ਅੰਮ੍ਰਿਤ ਸਰੋਵਰ ਦੇ ਵਿੱਚ ਤੁਸੀਂ ਦਰਬਾਰ ਸਾਹਿਬ ਦੀ ਰਚਨਾ ਕਰਨੀ ਹੈ ਤੇ ਸਾਡੇ ਸਰੀਰ ਦੀ ਸੇਵਾ ਸਮਝ ਕਰਕੇ ਇਸ ਸਥਾਨ ਦੀ ਸੇਵਾ ਕਰਨੀ ਹੈ, ਐਸੀ ਭਾਵਨਾ ਦੇ ਨਾਲ ਵੀ ਇਹ ਸਾਡੀ ਸੇਵਾ ਜਾਣ ਕਰਕੇ ਤੁਸੀਂ ਸੇਵਾ ਕਰਨੀ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਰਚਨਾ ਕਰਵਾਉਣ ਦੀ ਵੀ ਸੇਵਾ ਕਰਵਾਈ। ਔਰ ਇਸੇ ਤਰ੍ਹਾਂ ਸ੍ਰੀ ਰਾਮਸਰ ਸਾਹਿਬ ਸਰੋਵਰ ਦੀ ਸੇਵਾ ਕਰਵਾਈ, ਸ੍ਰੀ ਤਰਨਤਾਰਨ ਸਾਹਿਬ ਸਰੋਵਰ ਦੀ ਆਪ ਜੀ ਨੇ ਰਚਨਾ ਕਰਵਾਈ, ਜੋ ਗੁਰੂ ਘਰ ਦੇ ਸਾਰੇ ਸਰੋਵਰ ਸਾਹਿਬਾਂ ਦੇ ਵਿੱਚੋਂ ਵੱਡਾ ਸਰੋਵਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਵਾਲਾ ਸਰੋਵਰ ਹੈ। ਇਹ ਨਗਰ ਵਸਾਇਆ ਸਰੋਵਰ ਸਾਹਿਬ ਦੀ ਸੇਵਾ ਕਰਵਾਈ। 1647 ਬਿਕਰਮੀ ਦੇ ਵਿੱਚ ਸ੍ਰੀ ਤਰਨਤਾਰਨ ਸਾਹਿਬ ਸਰੋਵਰ ਦੀ ਸੇਵਾ ਆਪ ਜੀ ਨੇ ਕਰਵਾਈ। ਔਰ ਗਰੀਬ ਨਵਾਜ ਸਾਹਿਬ ਜੀ ਇਧਰਲੇ ਇਲਾਕੇ ਵਿੱਚ ਵਿਚਰੇ ਤੇ 1650 ਬਿਕਰਮੀ ਸੰਮਤ ਦੇ ਵਿੱਚ ਮਹਾਰਾਜ ਨੇ ਇੱਥੇ ਦੁਆਬੇ ਦੇ ਵਿੱਚ ਕਰਤਾਰਪੁਰ ਸਾਹਿਬ ਨਗਰ ਦੀ ਮੋਹੜੀ ਗੱਡੀ। ਵਿਚਰਦਿਆਂ ਹੋਇਆ ਫੇਰ ਸ੍ਰੀ ਅੰਮ੍ਰਿਤਸਰ ਸਾਹਿਬ ਗਏ। ਉਹਨਾਂ ਦਿਨਾਂ 'ਚ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਬੜੀ ਈਰਖਾ ਕਰਦੇ ਸਨ। ਕਦੀ ਸੁਲਹੀ ਖਾਨ ਨੂੰ ਚੜਾ ਕੇ ਲਿਆਂਦਾ, ਭਾਵੇਂ ਉਹ ਆਵੇ ਵਿੱਚ ਪੈ ਕੇ ਭੱਠੇ 'ਚ ਪੈ ਕੇ ਹੀ ਸੜ ਮਰ ਗਿਆ, ਨਹੀਂ ਗੁਰੂ ਸਾਹਿਬ ਜੀ ਦੇ ਪਾਸ ਪਹੁੰਚਾ। ਜਦੋਂ ਆ ਰਿਹਾ ਸੀ ਸੰਗਤ ਨੇ ਆਖਿਆ ਮਹਾਰਾਜ ਸੁਲਹੀ ਖਾਨ ਚੜ ਕੇ ਆ ਰਿਹਾ। ਸਤਿਗੁਰੂ ਜੀ ਨੇ ਆਖਿਆ ਸੀ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭਜਨ ਕਰੋ, ਪਰਮੇਸ਼ਰ ਰੱਖਿਆ ਕਰੇਗਾ। ਬਚਨ ਉਚਾਰਿਆ ਸੀ ਥੇਰ ਘਰ ਬੈਸਹੁ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਦੂਸਰੀ ਖਬਰ ਮਿਲੀ ਸੀ ਕਿ ਸੁਲਹੀ ਖਾਨ ਬਾਬੇ ਪ੍ਰਿਥੀ ਚੰਦ ਦਾ ਇੱਟਾਂ ਦਾ ਆਵਾ ਵੇਖਦਾ ਹੋਇਆ ਉਸੇ ਆਵੇ ਵਿੱਚ ਹੀ ਡਿੱਗ ਕੇ ਸੜ ਕੇ ਮਰ ਗਿਆ ਹੈ। ਉਸ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨੇ ਦੇ ਵਿੱਚ ਸ਼ਬਦ ਉਚਾਰਨ ਕੀਤਾ ਸੀ ਕਿ ਉਸ ਪਰਮੇਸ਼ਰ ਨੇ ਰੱਖਿਆ ਕੀਤੀ ਹੈ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾਪਾਕ। ਮੁਸਲਮਾਨੀ ਮਤ ਜਿਹੜਾ ਸੜ ਕੇ ਮਰ ਜਾਵੇ ਉਹਨੂੰ ਕਹਿੰਦੇ ਨਾਪਾਕ ਹੋ ਗਿਆ, ਕਿਉਂਕਿ ਉਹ ਸਾੜਦੇ ਨਹੀਂ, ਅਗਨੀਦਾਹ ਨਹੀਂ ਕਰਦੇ, ਉਹ ਦਫਨਾਉਂਦੇ ਹਨ ਮਿੱਟੀ ਵਿੱਚ। ਆਖਿਆ ਸੁਲਹੀ ਹੋਏ ਮੂਆ ਨਾਪਾਕ, ਅਪਵਿੱਤਰ ਹੋ ਕਰਕੇ ਅੱਗ 'ਚ ਸੜ ਕੇ ਮਰ ਗਿਆ। ਜਿਸ ਪ੍ਰਭੂ ਨੇ ਰਚਿਆ ਸੀ ਉਹਨੇ ਹੀ ਧੱਕ ਦਿੱਤਾ, ਉਸੇ ਨੇ ਸਮਾਪਤ ਕਰ ਦਿੱਤਾ, ਉਸੇ ਨੇ ਰੱਖਿਆ ਕੀਤੀ। ਪ੍ਰਿਥੀ ਚੰਦ ਬੜੀ ਈਰਖਾ ਕਰ ਰਹੇ ਸੀ ਵੱਡੇ ਭਰਾਤਾ। ਮਹਾਰਾਜ ਕਹਿੰਦੇ ਅਸੀਂ ਈਰਖਾ ਨਹੀਂ ਕਰਨੀ, ਅਸੀਂ ਅੰਮ੍ਰਿਤਸਰ ਸਾਹਿਬ ਛੱਡ ਕੇ ਹੀ ਚਲੇ ਜਾਂਦੇ। ਸਤਿਗੁਰੂ ਜੀ ਨੇ ਅੰਮ੍ਰਿਤਸਰ ਸਾਹਿਬ ਪਰਿਵਾਰ ਸਮੇਤ ਹੀ ਨਗਰ ਛੱਡ ਕਰਕੇ ਤੇ ਕੁਝ ਮੀਲਾਂ ਦੀ ਦੂਰੀ ਤੇ ਪਰਾਂ ਸਤਿਗੁਰੂ ਜੀ ਚਲੇ ਗਏ ਵਡਾਲੀ ਨਗਰ ਦੇ ਵਿੱਚ। ਫਿਰ ਉੱਥੇ ਹੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਦੇ ਅਨੁਸਾਰ ਉਸ ਮੌਕੇ ਤੇ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਗਰੀਬ ਨਵਾਜ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ 1652 ਬਿਕਰਮੀ ਸੰਮਤ ਦੇ ਵਿੱਚ ਮਹਾਰਾਜ ਸਾਹਿਬ ਜੀ ਪ੍ਰਗਟ ਹੋਏ।
ਫਿਰ ਉਹ ਵਡਾਲੀ ਜਿਹਦਾ ਨਗਰ ਦਾ ਨਾਮ ਕੱਲਾ ਵਡਾਲੀ ਸੀ, ਗੁਰੂ ਸਾਹਿਬ ਨੇ ਉੱਥੇ ਚਰਨ ਪਾਏ। ਛੇਵੇਂ ਪਾਤਸ਼ਾਹ ਮਹਾਰਾਜ ਦਾ ਉੱਥੇ ਪ੍ਰਕਾਸ਼ ਹੋਇਆ। ਉਹ ਗੁਰੂ ਕੀ ਵਡਾਲੀ ਨਗਰ ਬਣ ਗਿਆ। ਸਤਿਗੁਰੂ ਜੀ ਵਾਪਸ ਆਉਂਦੇ ਹਨ, ਪਰਿਵਾਰ ਨੂੰ ਉੱਥੋਂ ਬੁਲਾਉਂਦੇ ਹਨ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਅਨੰਦ ਮੰਗਲ ਗੁਣ ਗਾਓ, ਸਹਿਜ ਧੁਨ ਨਿਹਚਲ ਰਾਜ ਕਮਾਓ। ਆਪ ਜੀ ਦੇ ਮਹਿਲ ਮਾਤਾ ਗੰਗਾ ਜੀ, ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ, ਆਪ ਜੀ ਦੀ ਆਗਿਆ ਦੇ ਨਾਲ ਫਿਰ ਗੁਰੂ ਕੀ ਵਡਾਲੀ ਚੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਆਉਂਦੇ ਹਨ। ਇੱਥੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਸਮੇਂ ਦੇ ਨਾਲ 1659 ਦੇ ਅੰਤਲੇ ਦਿਨਾਂ ਦੇ ਵਿੱਚ ਸ੍ਰੀ ਰਾਮਸਰ ਸਰੋਵਰ ਦੀ ਰਚਨਾ ਆਪ ਜੀ ਨੇ ਕਰਵਾਈ ਹੈ। ਉਹਦੇ ਕੰਢੇ ਤੇ ਬੈਠ ਕਰਕੇ, ਜਿੱਥੇ ਬਹੁਤੇ ਦਰਖਤ ਸਨ, ਬੇਰੀਆਂ, ਪਿੱਪਲ ਆਦਿਕ, ਉੱਥੇ ਸਫਾਈ ਕਰਾ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਪਾਵਨ ਪੋਥੀਆਂ ਸਾਹਿਬ ਪਾਲਕੀ ਸਾਹਿਬ 'ਚ ਸੁਸ਼ੋਭਿਤ ਕਰਕੇ ਅੰਮ੍ਰਿਤਸਰ ਸਾਹਿਬ ਲੈ ਕੇ ਜਾਣੀਆਂ। ਜਿੱਥੇ ਦੁੱਖ ਭੰਜਣੀ ਬੇਰੀ ਸਾਹਿਬ ਹੈ, ਉਹ ਥੜਾ ਹੈ 68 ਘਾਟ ਜਿਸ ਨੂੰ ਆਖਿਆ ਜਾਂਦਾ ਹੈ। ਉੱਥੇ ਪਾਲਕੀ ਸਾਹਿਬ ਰੱਖ ਕਰਕੇ ਸਾਰੀ ਰਾਤ ਕੀਰਤਨ ਕਰਨਾ, ਉੱਥੇ ਹੀ ਸ਼ਬਦ ਉਚਾਰਨ ਕਰਨਾ, ਪੋਥੀ ਪਰਮੇਸ਼ਰ ਕਾ ਥਾਨ। ਫਿਰ ਉੱਥੋਂ ਹੀ ਸ੍ਰੀ ਰਾਮਸਰ ਸਾਹਿਬ ਸਰੋਵਰ ਸਾਹਿਬ ਦੇ ਕੰਢੇ ਤੇ ਜਿੱਥੇ ਮਹਾਰਾਜ ਨੇ ਤੰਬੂ ਲਵਾਇਆ ਹੈ, ਇੱਕ ਆਪਣੇ ਵਾਸਤੇ, ਇੱਕ ਭਾਈ ਗੁਰਦਾਸ ਸਾਹਿਬ ਜੀ ਵਾਸਤੇ। ਇੱਧਰ ਦਰਬਾਰ ਸਾਹਿਬ ਦੀ ਸਾਰੀ ਸੇਵਾ ਜ਼ਿੰਮੇਵਾਰੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪਣੀ ਕਿ ਅਸੀਂ ਹੁਣ ਇੱਥੇ ਸਾਰੀ ਗੁਰਬਾਣੀ ਲਿਖਾਵਾਂਗੇ ਤੇ ਤੁਸੀਂ ਬਾਬਾ ਜੀ ਇੱਧਰ ਸੰਗਤ ਦੀ ਆਵਾਜਾਈ ਵੇਖਣੀ ਹੈ, ਸੰਗਤ ਦਾ ਮਾਣ ਸਤਿਕਾਰ ਕਰਨਾ ਹੈ, ਸੰਗਤ ਨੂੰ ਜੋ ਸਿਰੋਂ ਪਾਓ ਆਦਿਕ ਦੇਣੇ ਹਨ, ਉਹ ਸਾਰੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੂੰ ਦੇ ਕਰਕੇ ਆਪ ਮਹਾਰਾਜ ਸਾਹਿਬ ਜੀ ਸ੍ਰੀ ਰਾਮਸਰ ਸਰੋਵਰ ਦੇ ਕੰਢੇ ਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕੇ ਪਾਵਨ ਪੋਥੀਆਂ ਸਾਹਿਬ ਤੋਂ ਸਾਰੀ ਬਾਣੀ ਮਹਾਰਾਜ ਸਾਹਿਬ ਜੀ ਨੇ ਲਿਖਵਾਈ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਬਾਣੀ, ਸਤਿਗੁਰੂ ਅੰਗਦ ਦੇਵ ਸਾਹਿਬ ਜੀ ਦੀ ਬਾਣੀ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਬਾਣੀ, ਸਤਿਗੁਰੂ ਰਾਮਦਾਸ ਸਾਹਿਬ ਪਿਤਾ ਜੀ ਦੀ ਬਾਣੀ, ਆਪਣੀ ਬਾਣੀ, ਭਗਤ ਸਾਹਿਬਾਨਾਂ ਦੀ ਬਾਣੀ, ਭੱਟ ਸਾਹਿਬਾਨਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ, ਇਸ ਤਰ੍ਹਾਂ ਸਾਰੀ ਬਾਣੀ ਜਪਜੀ ਸਾਹਿਬ ਤੋਂ ਲੈ ਕੇ ਤੇ ਰਾਗਮਾਲਾ ਤੱਕ ਸਤਿਗੁਰੂ ਸਾਹਿਬ ਜੀ ਨੇ ਬਾਣੀ ਲਿਖਵਾਈ 30 ਰਾਗਾਂ ਦੇ ਵਿੱਚ। ਔਰ ਗਰੀਬ ਨਵਾਜ ਸਾਹਿਬ ਜੀ ਨੇ ਫਿਰ ਜਿਲਦ ਬਣਵਾ ਕਰਕੇ ਸਾਰੀ ਸੰਗਤ ਨੂੰ ਆਗਿਆ ਕੀਤੀ ਹੈ ਕਿ 1661 ਬਿਕਰਮੀ ਸੰਮਤ ਆ ਗਿਆ ਸੀ ਉਸ ਵੇਲੇ। 1660 ਦਾ ਸਾਰਾ ਸਾਲ ਮਹਾਰਾਜ ਸਾਹਿਬ ਜੀ ਨੇ ਬਾਣੀ ਲਿਖਵਾਈ ਸੀ। 1661 ਭਾਦਰੋਂ ਸੁਦੀ ਏਕਮ ਦਾ ਦਿਨ ਮਹਾਰਾਜ ਸਾਹਿਬ ਜੀ ਨੇ ਰੱਖਿਆ। ਭਾਦਰੋਂ ਮਹੀਨੇ ਦੀ ਮੱਸਿਆ ਤੋਂ ਅਗਲੇ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਸ਼ ਕੀਤਾ ਜਾਵੇਗਾ ਸ੍ਰੀ ਗ੍ਰੰਥ ਸਾਹਿਬ ਜੀ ਦਾ। 2 ਨਾਮ ਇਤਿਹਾਸ ਵਿੱਚ ਆਏ ਹਨ, ਇੱਕ ਪਾਵਨ ਪੋਥੀ ਸਾਹਿਬ, ਦੂਸਰਾ ਸ੍ਰੀ ਗ੍ਰੰਥ ਸਾਹਿਬ। ਸਾਰੀਆਂ ਸੰਗਤਾਂ ਨੂੰ ਸੱਦਾ ਦਿੱਤਾ, ਹੁਕਮ ਦਿੱਤਾ, ਸੰਗਤਾਂ ਦਾ ਵੱਡਾ ਭਾਰੀ ਇਕੱਠ ਹੋਇਆ ਔਰ ਗਰੀਬ ਨਵਾਜ ਸਾਹਿਬ ਜੀ ਨੇ ਲਾਹੌਰ ਤੋਂ ਪਾਵਨ ਸ੍ਰੀ ਗ੍ਰੰਥ ਸਾਹਿਬ ਜੀ ਦੀ ਜਿਲਦ ਬਣਵਾਈ ਹੈ। ਭਾਈ ਬੰਨੋ ਜੀ ਨੇ ਇਹ ਸਾਰੀ ਸੇਵਾ ਕੀਤੀ ਗੁਰੂ ਕੀ ਆਗਿਆ ਦੇ ਨਾਲ। ਔਰ ਐਸਾ ਵੀ ਗੁਰਮੁਖਾਂ ਨੇ ਜ਼ਿਕਰ ਕੀਤਾ ਹੈ ਕਿ ਭਾਈ ਬੰਨੋ ਜੀ ਮਹਾਰਾਜ ਤੋਂ ਆਗਿਆ ਲੈ ਕਰਕੇ ਆਪਣੇ ਨਗਰ ਮਾਂਗਟ ਵੀ ਪਾਵਨ ਸ੍ਰੀ ਗ੍ਰੰਥ ਸਾਹਿਬ ਜੀ ਲੈ ਕਰਕੇ ਗਏ ਸਨ। ਜਦੋਂ ਜਿਲਤ ਬਣਾਉਣ ਵਾਸਤੇ ਗਏ ਉਦੋਂ ਹੀ ਉਹਨਾਂ ਨੇ ਦੂਜਾ ਉਤਾਰਾ ਵੀ ਨਾਲ ਕੀਤਾ ਸੀ, ਬਹੁਤੇ ਗੁਰਸਿੱਖ ਲਿਕਾਰੀ ਲਾ ਕੇ। ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਦਰਬਾਰ ਸਾਹਿਬ ਦੇ ਵਿੱਚ ਇਹ 1604 ਈਸਵੀ ਸਨ ਤੇ 1661 ਬਿਕਰਮੀ ਸੰਮਤ ਭਾਦਰੋਂ ਸੁਦੀ ਏਕਮ ਵਾਲੇ ਦਿਨ ਪਹਿਲਾ ਪ੍ਰਕਾਸ਼ ਕਰਵਾਇਆ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਸੀਸ ਦੇ
ਸ੍ਰੀ ਰਾਮਸਰ ਸਾਹਿਬ ਵਾਲੇ ਅਸਥਾਨ ਤੋਂ ਪਾਵਨ ਸ੍ਰੀ ਗ੍ਰੰਥ ਸਾਹਿਬ ਜੀ ਸੁਭਾਈਮਾਨ ਕੀਤੇ। ਪੰਚਮ ਪਾਤਸ਼ਾਹ ਨੇ ਆਪਣੇ ਕਰ ਕਮਲਾਂ ਵਿੱਚ ਚੌਰ ਸਾਹਿਬ ਲਿਆ ਹੈ। ਮਹਾਰਾਜ ਚੌਰ ਕਰਦੇ ਹਨ। ਅਨੇਕਾਂ ਉਸ ਵੇਲੇ ਢੋਲਕੀ, ਛੈਣੇ, ਖੜਤਾਲਾਂ, ਕੈਂਸੀਆਂ, ਨਰਸਿੰਘੇ, ਸੰਖ ਇਹ ਵਜਾ ਕਰਕੇ ਸ਼ਬਦ ਪੜ੍ਹਦਿਆਂ ਹੋਇਆਂ ਸ੍ਰੀ ਰਾਮਸਰ ਸਾਹਿਬ ਵਾਲੇ ਅਸਥਾਨ ਤੋਂ ਤੇ ਦਰਬਾਰ ਸਾਹਿਬ ਦੇ ਵਿੱਚ ਪਹੁੰਚਣਾ ਕੀਤਾ। ਦਰਬਾਰ ਸਾਹਿਬ 'ਚ ਪਹਿਲਾ ਪ੍ਰਕਾਸ਼ ਹੋਇਆ। ਗੁਰੂ ਜੀ ਨੇ ਆਗਿਆ ਕੀਤੀ ਬਾਬਾ ਜੀ ਨੂੰ ਕਿ ਆਪ ਜੀ ਪ੍ਰਕਾਸ਼ ਕਰੋ। ਬੁੱਢਾ ਸਾਹਿਬ ਖੋਲੋ ਗ੍ਰੰਥ, ਲੈ ਆਵਾਜ਼ ਸੁਣੇ ਸਭ ਪੰਥ। ਤਾਂ ਮਹਾਰਾਜ ਸਾਹਿਬ ਜੀ ਦੀ ਆਗਿਆ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾ ਪ੍ਰਕਾਸ਼ ਕੀਤਾ ਹੈ। ਬਾਬਾ ਜੀ ਦੀ ਸਰੀਰ ਕਾਰਫਲਾ ਉਸ ਵੇਲੇ 98 ਸਾਲ ਦੀ ਸੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਹਿਲਾ ਸ੍ਰੀ ਮੁਖ ਵਾਕ ਸੁਣਾਇਆ ਹੈ। ਪੰਚਮ ਪਾਤਸ਼ਾਹ ਜੀ ਚੌਰ ਕਰ ਰਹੇ ਹਨ। ਸੰਗਤਾਂ ਸਾਰੀਆਂ ਬੈਠੀਆਂ ਹੋਈਆਂ ਹਨ। ਨਮਸਕਾਰਾਂ ਕਰਕੇ ਦਰਬਾਰ ਸਾਹਿਬ ਦੇ ਅੰਦਰ, ਸਰੋਵਰ ਸਾਹਿਬ ਦੇ, ਦਰਬਾਰ ਸਾਹਿਬ ਦੇ ਜੋ ਪਾਵਨ ਪੁਲ ਹੈ ਉਸ ਪੁਲ ਦੇ ਉੱਤੇ ਵੀ ਪ੍ਰਕਰਮਾਂ ਦੇ ਆਲੇ ਦੁਆਲੇ ਵੀ ਚਾਰ ਚੁਫੇਰੇ। ਬਾਬਾ ਜੀ ਨੇ ਸ੍ਰੀ ਮੁਖ ਵਾਕ ਸਰਵਣ ਕਰਵਾਇਆ ਹੈ। ਸੂਹੀ ਮਹੱਲਾ ਪੰਜਵਾ। ਸੰਤਾ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਤੋ ਗਰੀਬ ਨਵਾਜ ਨੇ ਐਸੀਆਂ ਬਖਸ਼ਿਸ਼ਾਂ ਕੀਤੀਆਂ। ਇਸੇ ਸਾਲ ਹੀ ਸੋ ਗਰੀਬ ਨਵਾਜ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਉਹ ਚੰਦੂ ਦੀ ਪੁੱਤਰੀ ਦਾ ਰਿਸ਼ਤਾ ਜਿਹੜਾ ਸੀ ਉਹ ਮੋੜਿਆ ਤੇ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ 9 ਸਾਲ ਦੀ ਸਰੀਰ ਕਾਰਬਲਾ ਸੀ ਉਸ ਵੇਲੇ 1661 ਬਿਕਰਮੀ ਸੰਮਤ 1604 ਈਸਵੀ ਸਨ ਨੂੰ। ਦੋ ਰਿਸ਼ਤੇ ਇਕੱਠੇ ਹੁੰਦੇ ਹਨ। ਬਾਬਾ ਨਰੈਣ ਦਾਸ ਜੀ ਦੀ ਸਪੁੱਤਰੀ, ਬਾਬਾ ਨਰੈਣ ਦਾਸ ਆ ਡੱਲੇ ਨਗਰ ਦੇ ਰਹਿਣ ਵਾਲੇ ਸੀ। ਮਾਤਾ ਦਮੋਦਰੀ ਜੀ ਦਾ ਰਿਸ਼ਤਾ, ਬਾਬਾ ਹਰੀ ਚੰਦ ਜੀ ਬਾਬੇ ਬਕਾਲੇ ਸਾਹਿਬ ਦੇ ਰਹਿਣ ਵਾਲੇ, ਉਹਨਾਂ ਦੀ ਸਪੁੱਤਰੀ ਸ੍ਰੀ ਨਾਨਕੀ ਜੀ। ਇਹ ਦੋਵੇਂ ਰਿਸ਼ਤੇ ਪ੍ਰਵਾਨ ਕੀਤੇ। ਸਾਹਿਬਜ਼ਾਦੇ ਨੂੰ ਸ਼ਗਨ ਲੱਗਾ। ਪਹਿਲਾ ਆਨੰਦ ਕਾਰਜ ਵੀ ਇਹ ਡੱਲੇ ਨਗਰ ਵਿੱਚ ਮਾਤਾ ਦਮੋਦਰੀ ਜੀ ਦੇ ਨਾਲ 6ਵੇਂ ਪਾਤਸ਼ਾਹੀ ਦਾ ਇਸੇ ਸਾਲ ਵਿੱਚ ਹੋਇਆ ਜਦੋਂ ਪਹਿਲਾ ਪ੍ਰਕਾਸ਼ ਹੋਇਆ। ਇਹਦੇ ਤੋਂ 2 ਸਾਲ ਬਾਅਦ ਗਰੀਬ ਨਵਾਜ ਸਾਹਿਬ ਜੀ ਨੇ 1606 ਈਸਵੀ ਸਨ ਤੇ 1663 ਬਿਕਰਮੀ ਸੰਮਤ ਨੂੰ ਗਰੀਬ ਨਵਾਜ ਨੇ ਗੁਰਬਾਣੀ ਨੂੰ ਅਖੰਡ ਰੱਖਦਿਆਂ ਹੋਇਆਂ ਜ਼ਬਰ ਤੇ ਜ਼ੁਲਮ ਦਾ ਮੁਕਾਬਲਾ ਸਬਰ ਦੇ ਨਾਲ, ਸ਼ਾਂਤੀ ਦੇ ਨਾਲ ਕਰਦਿਆਂ ਹੋਇਆਂ ਲਾਹੌਰ ਦੇ ਵਿੱਚ ਉਸ ਵੇਲੇ ਚੰਦੂ ਪਾਪੂ ਦੀ ਹਵੇਲੀ ਦੇ ਅੰਦਰ ਗਰੀਬ ਨਵਾਜ ਸਾਹਿਬ ਜੀ ਨੇ ਤੱਤੀ ਲੋਹ ਤੇ ਚੌਂਕੜਾ ਲਾਉਂਦਿਆਂ ਹੋਇਆਂ, ਉਬਲਦੀ ਦੇਗ ਵਿੱਚ ਬੈਠਦਿਆਂ ਹੋਇਆਂ, ਸੀਸ ਵਿੱਚ ਤੱਤਾ ਰੇਤਾ ਪੈਂਦਾ ਤੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਦਾ ਉਪਦੇਸ਼ ਦਿੰਦਿਆਂ ਹੋਇਆਂ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਗਰੀਬ ਨਵਾਜ ਸਤਿਗੁਰੂ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਇਹ ਬਚਨ ਫਰਮਾਉਂਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕੀਤੀ 1663 ਬਿਕਰਮੀ ਸੰਮਤ ਵਿੱਚ। ਉਲਾਹਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਐਸੇ ਮਹਾਨ ਹੀ ਪਰਉਪਕਾਰੀ ਸਤਿਗੁਰੂ ਪੰਚਮ ਪਾਤਸ਼ਾਹ ਰਾਮਕਲੀ ਮਹੱਲਾ ਪੰਜਵਾ ਰਾਮਕਲੀ ਰਾਗ ਵਿੱਚ ਅਸ਼ਟਪਦੀਆ ਸਤਿਗੁਰੂ ਜੀ ਅਸ਼ਟਪਦੀਆਂ ਉਚਾਰਨ ਕਰਦੇ ਹਨ ਆਪਣੀ ਰਸਨਾ ਤੋਂ। ਗਰੀਬ ਨਵਾਜ ਸਾਹਿਬ ਜੀ ਫਰਮਾਉਂਦੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਵਾਹਿਗੁਰੂ ਇੱਕ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸੱਚੇ ਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ, ਉਸ ਪ੍ਰਭੂ ਜੀ ਦੀ ਸਮਝ ਸੋਝੀ ਪੈਂਦੀ ਹੈ। ਕਿ ਨਹੀਂ ਕੀਆ ਪਰਮਿਤ ਪਸਾਰਾ। ਗਰੀਬ ਨਵਾਜ ਸਾਹਿਬ ਕਹਿੰਦੇ, ਹੇ ਵਾਹਿਗੁਰੂ ਜੀ, ਸਾਨੂੰ ਤੇ ਪਿਆਰਿਆ ਤੇਰਾ ਹੀ ਭਰੋਸਾ ਹੈ। ਅਸੀਂ ਤੇ ਹੋਰ ਕੋਈ ਵੇਸ, ਕੋਈ ਭੇਖ ਧਾਰਨ ਕਰਨਾ ਨਹੀਂ ਜਾਣਦੇ ਹਾਂ। ਤੇਰਾ ਭਰੋਸਾ ਪਿਆਰੇ
ਆਨ ਨਾ ਜਾਣਾ ਵੇਸਾ। ਤਾਂ ਗਰੀਬ ਨਵਾਜ ਸਾਹਿਬ ਜੀ ਦੱਸਦੇ ਹਨ, ਕਿਨਹੀ ਕੀਆ ਪਰਵਿਰਤ ਪਸਾਰਾ। ਕਿਸੇ ਨੇ ਤੇ ਸੰਸਾਰ ਦੇ ਵਿੱਚ ਜੋ ਸੰਸਾਰ ਦੇ ਧੰਦੇ, ਸੰਸਾਰ ਦੇ ਕਾਰੋਬਾਰ ਹਨ, ਪ੍ਰਵਿਰਤੀ ਹੈ, ਉਹਦੇ ਵਿੱਚ ਖਚਿਤ ਹੋਣਾ ਕੀਤਾ ਹੈ। ਉਹ ਪਸਾਰੇ ਨੂੰ ਬਹੁਤਾ ਪਸਾਰਿਆ, ਕਾਰੋਬਾਰ ਬਹੁਤਾ ਵਧਾਇਆ ਹੈ, ਤੇ ਉਹ ਕਹਿੰਦਾ ਹੈ ਵੀ ਆਪਣਾ ਕਾਰੋਬਾਰ ਬੜਾ ਵੱਡਾ ਹੈ, ਤੇ ਉਸ ਪ੍ਰਵਿਰਤੀ ਦੇ ਵਿੱਚ ਹੀ ਹਰ ਵੇਲੇ ਪ੍ਰਵਿਰਤ ਰਹਿੰਦਾ ਹੈ। ਕੋਈ ਕਿਨਹੀ ਕੀਆ ਪੂਜਾ ਵਿਸਥਾਰਾ। ਤੇ ਕਿਸੇ ਨੇ ਪੂਜਾ ਕਰਨਾ ਕੀਤੀ ਹੈ, ਉਹਨੇ ਪੂਜਾ ਦਾ ਬੜਾ ਵਿਸਥਾਰ ਕੀਤਾ ਹੈ। ਕਦੀ ਦੇਵਤੇ ਦੀ ਪੂਜਾ ਕਰਦਾ ਹੈ, ਕਦੀ ਦੇਵੀ ਦੀ ਪੂਜਾ ਕਰਦਾ ਹੈ, ਕਦੀ ਸਾਲਗ੍ਰਾਮ ਦੀ ਪੂਜਾ ਕਰਦਾ ਹੈ, ਕਈ ਤਰ੍ਹਾਂ ਦੀ ਪੂਜਾ ਹੈ। ਕਿਸੇ ਨੇ ਪੂਜਾ ਦਾ ਬੜਾ ਵਿਸਥਾਰ ਕੀਤਾ ਹੋਇਆ ਹੈ। ਕਿਨਹੀ ਕੇਵਲ ਹੋਇਆ ਕੰਮ ਸਾਧੇ। ਤੇ ਕਿਸੇ ਨੇ ਆਪਣੀਆਂ ਅੰਦਰਾਂ ਨੂੰ ਸਾਫ਼ ਕਰਨਾ ਕੀਤਾ ਹੈ। ਇਹ ਜੋਗੀਆਂ ਵਾਲੇ ਯੋਗਾ ਅਭਿਆਸ, ਹੱਠ ਯੋਗ ਜਿਹੜਾ ਉਸਨੂੰ ਕਰਨਾ ਕੀਤਾ ਹੈ। ਭਿੰਗਮਾ ਨਾੜੀ ਨੂੰ ਸਾਧਨਾ ਕੀਤਾ ਹੈ, ਨੇਤੀ ਧੋਤੀ ਕੀਤੀ ਹੈ, ਅੰਤੜੀਆਂ ਨੂੰ ਸਾਫ਼ ਕੀਤਾ ਹੈ ਕਿਸੇ ਨੇ। ਮੋਹਿਨੀਨ ਹਰ ਹਰ ਆਰਾਧੇ। ਪਰ ਨਿਮਰਤਾ ਦਾ ਸਰੂਪ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਕਿ हे ਪ੍ਰਭੂ ਜੀ, हे ਹਰੀ ਪਰਮੇਸ਼ਰ ਜੀ, ਹਰ ਥਾਂ ਤੇ ਵਸਣ ਵਾਲੇ ਦੁੱਖਾਂ ਦੇ ਹਾਰਕ, ਮੈਂ ਗਰੀਬ ਨੇ ਤਾਂ ਹਰੀ ਆਪ ਜੀ ਦੀ ਆਰਾਧਨਾ ਹੀ ਕੀਤੀ ਹੈ, ਹੋਰ ਕੁਝ ਨਹੀਂ ਕੀਤਾ। ਮੋਹਿ ਦੀਨ ਹਰ ਹਰ ਆਰਾਧੇ। ਮੈਂ ਗਰੀਬ ਨੇ, ਆਪ ਜੀ ਦੇ ਦਾਸ ਗਰੀਬ ਨੇ। ਇਹ ਹਰੇਕ ਥਾਂ ਤੇ ਵਸਣ ਵਾਲੇ, ਹਰੇਕ ਨੂੰ ਹਰੇ ਭਰੇ ਕਰਨ ਵਾਲੇ ਹਰੀ ਜੀ, ਆਪ ਜੀ ਦੀ ਆਰਾਧਨਾ ਕੀਤੀ ਹੈ। ਤੇਰਾ ਭਰੋਸਾ ਪਿਆਰੇ। ਇਹ ਪਿਆਰੇ ਪ੍ਰਭੂ ਜੀ, ਮੈਨੂੰ ਤਾਂ ਤੇਰਾ ਹੀ ਭਰੋਸਾ ਹੈ। ਆਨ ਨਾ ਜਾਣਾ ਵੇਸਾ। ਆਨ ਹੋਰ ਕੋਈ ਮੈਂ ਵੇਸ ਲਿਬਾਸ ਧਾਰਨ ਕਰਨਾ ਨਹੀਂ ਜਾਣਦਾ। ਹੋਰ ਜਿਹੜੇ ਪਹਿਰਾਵੇ ਹਨ ਉਹ ਮੈਂ ਨਹੀਂ ਧਾਰਨ ਕੀਤੇ ਹਨ। ਮੈਨੂੰ ਤਾਂ ਇੱਕੋ ਇੱਕ ਤੇਰਾ ਹੀ ਭਰੋਸਾ ਹੈ। ਵਿਸਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ। ਕਿਨਹੀ ਗ੍ਰਹਿ ਤਜ ਵਨ ਖੰਡ ਪਾਇਆ। ਗਰੀਬ ਨਵਾਜ ਕਹਿੰਦੇ ਕਿਸੇ ਨੇ ਘਰ ਛੱਡ ਦਿੱਤਾ ਹੈ। ਉਸਨੇ ਵਣ ਜੰਗਲ ਦੇ ਖੰਡ ਕਿਸੇ ਟੁਕੜੇ ਦੇ ਵਿੱਚ ਜਾ ਕਰਕੇ ਆਪਣਾ ਉੱਥੇ ਘਰ ਪਾਉਣਾ ਕੀਤਾ। ਭਾਵ ਇੱਧਰੋਂ ਘਰ ਛੱਡ ਦਿੱਤਾ ਹੈ, ਉੱਥੇ ਜਾ ਕਰਕੇ ਆਪਣੀ ਕੁਟੀਆ ਬਣਾ ਲਈ ਹੈ। ਤਾਂ ਉਹ ਕਹਿੰਦਾ ਹੈ ਕਿ ਮੈਂ ਤਾਂ ਘਰ ਛੱਡ ਕੇ ਜੰਗਲ ਦੇ ਕਿਸੇ ਹਿੱਸੇ ਵਿੱਚ ਜਾ ਕਰਕੇ ਪ੍ਰਭੂ ਨੂੰ ਪਾ ਲਿਆ ਹੈ। ਕਿਨਹੀ ਮੋਨ ਅਵਧੂਤ ਸਦਾਇਆ। ਤੇ ਕਿਸੇ ਨੇ ਆਪਣੇ ਆਪ ਨੂੰ ਮੋਨੀ, ਅਵਧੂਤ, ਤਿਆਗੀ, ਸਾਧੂ ਸਦਾਉਣਾ ਕੀਤਾ ਹੈ। ਕੋਈ ਆਪਣੇ ਆਪ ਨੂੰ ਮੋਨੀ ਸਦਾ ਰਿਹਾ ਹੈ, ਕੋਈ ਵਿਰਕਤ, ਅਵਧੂਤ, ਤਿਆਗੀ, ਸਾਧੂ ਆਪਣੇ ਆਪ ਨੂੰ ਸਦਾ ਰਿਹਾ ਹੈ। ਕਿਸੇ ਨੇ ਘਰ ਛੱਡ ਕੇ ਜੰਗਲਾਂ ਵਿੱਚ ਜਾਣਾ ਕੀਤਾ ਹੈ। ਤਾਂ ਉਹ ਕਹਿੰਦਾ ਹੈ ਕਿ ਮੈਂ ਉੱਥੇ ਪ੍ਰਭੂ ਦੀ ਪ੍ਰਾਪਤੀ ਕੀਤੀ ਹੈ। ਕੋਈ ਕਹਿਤੋ ਅਨੰਦ ਭਗਉਤੀ। ਕੋਈ ਕਹਿੰਦਾ ਹੈ ਕਿ ਮੈਂ ਇੱਕ ਰਸ ਪ੍ਰਭੂ ਦੀ ਭਗਤੀ ਕਰਨ ਵਾਲਾ ਭਗਤ ਹਾਂ, ਅਨੰਨ ਭਗਤ ਹਾਂ, ਵੀ ਮੈਂ ਇੱਕ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਦਾ ਹਾਂ। ਮੋਹਿ ਦੀਨ ਹਰ ਹਰ ਓਟ ਲੀਤੀ। ਹਰ ਗਰੀਬ ਨਵਾਜ ਕਹਿੰਦੇ हे ਪ੍ਰਭੂ ਜੀ, ਮੈਂ ਤਾਂ ਗਰੀਬ ਹਾਂ। ਮੈਂ ਤਾਂ हे ਹਰੀ ਪ੍ਰਭੂ ਜੀ, ਹਰ ਥਾਂ ਤੇ ਵਸਣ ਵਾਲੇ ਆਪ ਜੀ ਦੀ ਹੀ ਓਟ ਲਈ। ਨਾ ਤੇ ਘਰ ਛੱਡ ਕੇ ਜੰਗਲ ਵਿੱਚ ਗਿਆ ਹਾਂ, ਨਾ ਮੁਰਨੀ ਹੋਇਆ ਹਾਂ, ਨਾ ਇਸ ਤਰ੍ਹਾਂ ਦਾ ਤਿਆਗੀ ਅਧੂਤ ਹੋਇਆ ਹਾਂ। ਮੈਨੂੰ ਤਾਂ ਇੱਕ ਆਪ ਜੀ ਦੀ ਹੀ ਓਟ ਹੈ। ਇਹਦਾ ਭਾਵ ਇਹ ਹੋਇਆ ਸਾਧ ਸੰਗਤ ਜੀ ਵੀ ਗਰੀਬ ਨਵਾਜ ਸਾਹਿਬ ਜੀ ਉੱਚਾ ਸੁੱਚਾ ਪਵਿੱਤਰ ਸਿਧਾਂਤ ਦਰਸਾ ਰਹੇ ਹਨ ਕਿ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸੰਸਾਰ ਵਿੱਚ ਲੋਕਾਂ ਨੇ ਅਨੇਕ ਤਰ੍ਹਾਂ ਦੇ ਸਾਧਨ ਕੀਤੇ ਔਰ ਕਰ ਵੀ ਰਹੇ ਹਨ। ਪਰ ਜੇ ਦੀਨ ਬਣ ਕਰਕੇ
ਨਿਮਰਤਾ ਪੂਰਵਕ ਘਰ ਵਿੱਚ ਰਹਿ ਕਰਕੇ ਵਾਹਿਗੁਰੂ ਜੀ ਦਾ ਓਟ ਆਸਰਾ ਲਈਏ, ਪ੍ਰਭੂ ਦੀ ਬੰਦਗੀ ਕਰੀਏ, ਤਾਂ ਘਰ ਵਿੱਚ ਰਹਿੰਦਿਆਂ ਵੀ ਉਸ ਦੀ ਖੁਸ਼ੀ ਪ੍ਰਾਪਤ ਹੋ ਜਾਵੇਗੀ, ਉਸ ਦੀ ਪ੍ਰਾਪਤੀ ਹੋ ਜਾਵੇਗੀ। ਜਿਵੇਂ ਮਹਾਰਾਜ ਜੀ ਦਾ ਬਚਨ ਹੈ, ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਇਹ ਜ਼ਰੂਰੀ ਨਹੀਂ ਹੈ ਵੀ ਕੋਈ ਘਰ ਛੱਡ ਕੇ ਤੇ ਵਣਖੰਡ ਵਿੱਚ ਚਲੇ ਜਾਵੇ ਤੇ ਉਹਦੇ ਵਿਕਾਰ ਮਿਟ ਜਾਣਗੇ, ਉਹਦੇ ਭੈੜੇ ਫੁਰਨੇ ਮਿਟ ਜਾਣਗੇ, ਕਿਉਂਕਿ ਛੱਡਣਾ ਘਰ ਨੂੰ ਨਹੀਂ ਹੈ, ਛੱਡਣਾ ਤੇ ਵਿਕਾਰਾਂ ਨੂੰ ਹੈ। ਛੱਡਣਾ ਗ੍ਰਸਤ ਨੂੰ ਨਹੀਂ ਹੈ, ਛੱਡਣਾ ਤੇ ਔਗੁਣਾਂ ਤੇ ਪਾਪਾਂ ਨੂੰ ਤੇ ਕੁਰੀਤੀਆਂ ਨੂੰ ਹੈ। ਉਹ ਭਾਵੇਂ ਕੋਈ ਆਪਣੇ ਘਰੇ ਰਹਿੰਦਿਆਂ ਛੱਡ ਦਵੇ ਤੇ ਭਾਵੇਂ ਕੋਈ ਜੰਗਲ 'ਚ ਜਾ ਕੇ ਛੱਡ ਦਵੇ। ਜੇ ਕੋਈ ਘਰ ਛੱਡ ਕੇ ਗ੍ਰਸਤ ਦਾ ਤਿਆਗ ਕਰਕੇ ਜੰਗਲ ਵਿੱਚ ਜਾਂਦਾ ਹੈ ਤੇ ਉਸ ਨੂੰ ਵੀ ਵਿਕਾਰ ਹੀ ਛੱਡਣੇ ਪੈਣੇ ਆ। ਉਹਨੂੰ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਨਿੰਦਾ, ਚੁਗਲੀ, ਈਰਖਾ, ਵਕੀਲੀ, ਇਹ ਸਭ ਕੁਝ ਛੱਡਣਾ ਪੈਣਾ। ਤੇ ਜੇ ਛੱਡੇਗਾ ਤੇ ਉਹਦਾ ਤਿਆਗ, ਬਾਹਰੀ ਤਿਆਗ ਵੀ ਸਫਲਾ ਹੋਵੇਗਾ। ਤੇ ਜੇ ਘਰ ਛੱਡ ਕੇ, ਪਰਿਵਾਰ ਛੱਡ ਕੇ, ਗ੍ਰਸਤ ਛੱਡ ਕੇ, ਵਿਆਹ ਦਾ ਤਿਆਗ ਕਰਕੇ ਜੰਗਲ ਵਿੱਚ ਚਲੇ ਜਾਂਦਾ ਹੈ ਤੇ ਉੱਥੇ ਜਾ ਕੇ ਕਿੰਨੇ ਹੀ ਚੇਲੇ ਚੇਲੀਆਂ ਬਣਾ ਲੈਂਦਾ ਹੈ, ਉੱਥੇ ਮੋਹ ਪਾ ਲੈਂਦਾ ਹੈ, ਉੱਥੇ ਆਪਣੀ ਕੁਟੀਆ, ਉੱਥੇ ਵੱਡਾ ਡੇਰਾ, ਉੱਥੇ ਜ਼ਿਆਦੇ ਸ਼ਰਧਾਲੂ, ਉੱਥੇ ਸਿੱਖ ਸੇਵਕ ਜ਼ਿਆਦੇ ਬਣ ਗਏ, ਫਿਰ ਉਹਨਾਂ ਦੇ ਮੋਹ ਵਿੱਚ ਫਸ ਗਿਆ ਤੇ ਫਿਰ ਤਾਂ ਤਿਆਗ ਕਾਹਦਾ ਹੋਇਆ। ਇਸ ਨੂੰ ਭਗਤ ਕਬੀਰ ਸਾਹਿਬ ਜੀ ਨੇ ਇਸ ਤਰ੍ਹਾਂ ਆਪਣੇ ਬਚਨਾਂ ਵਿੱਚ ਕਥਨ ਕੀਤਾ ਹੈ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕਾ, ਬੀਜੈ ਅਟਕੇ ਉਚੀਤ। ਆਪਣੇ ਸੇਵਕ ਸ਼ਰਧਾਲੂ ਜਿਆਦੇ ਬਣਾ ਲਏ, ਚੱਲੇ ਤੇ ਸੀ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ, ਪਰ ਉਸ ਕੇਸੋ ਨੂੰ ਮਿੱਤਰ ਬਣਾਇਆ ਹੀ ਨਾ। ਚਾਲੇ ਤੇ ਹਰ ਮਿਲਣ ਕੋ, ਚੱਲੇ ਤੇ ਹਰੀ ਨੂੰ ਮਿਲਣ ਵਾਸਤੇ ਸੀ। ਅੱਜ ਕੱਲ ਦੀ ਪੜ੍ਹੇ ਲਿਖਿਆ ਲੋਕਾਂ ਦੀ ਬੋਲੀ ਦੇ ਵਿੱਚ ਕਿਹਾ ਜਾਂਦਾ ਹੈ ਵੀ ਸਾਡੇ ਫੈਨ ਬੜੇ ਜ਼ਿਆਦੇ ਹਨ। ਮਾੜੀ ਗੱਲ ਨਹੀਂ, ਪਰ ਜੇ ਉਹਨਾਂ ਵਿੱਚ ਹੀ ਉਲਝ ਕੇ ਰਹਿ ਗਏ ਵੀ ਸਾਡੇ ਤੇ ਸਾਡੇ ਨਾਲ ਪ੍ਰੇਮ ਕਰਨ ਵਾਲੇ ਬੜੇ, ਸਾਡੇ ਨਾਲ ਤਾਂ ਬਹੁਤੇ ਜ਼ਿਆਦੇ ਪ੍ਰੇਮ ਕਰਨ ਵਾਲੇ ਹਨ, ਸਾਡੇ ਤਾਂ ਸੇਵਕ ਬੜੇ ਹਨ, ਸਾਡੇ ਤਾਂ ਸ਼ਰਧਾਲੂ ਬਹੁਤੇ ਹਨ, ਉਹ ਫਿਰ ਕਾਹਦਾ ਤਿਆਗ ਹੋਇਆ। ਗਰੀਬ ਨਵਾਜ ਨੇ ਆਖਿਆ, ਜਿੰਨਾ ਚਿਰ ਕੋਈ ਹਉ ਨਹੀਂ ਤਿਆਗਦਾ, ਹਉਮੈ ਨਹੀਂ ਤਿਆਗਦਾ, ਭਾਵੇਂ ਸਭ ਕੁਝ ਛੱਡ ਦਵੇ, ਕੁਝ ਵੀ ਨਹੀਂ ਛੱਡਿਆ। ਬਿਨ ਹਉ ਤਿਆਗ ਕਹਾਂ ਕੋ ਤਿਆਗੀ। ਉਹ ਚੇਲੇ ਚੇਲੀਆਂ ਦੇ ਵਿੱਚ ਹੀ ਫਸਿਆ ਰਹਿੰਦਾ, ਉਹੀ ਹਉਮੈ ਬਣੀ ਰਹਿੰਦੀ ਹੈ। ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਣ ਕੋ, ਬੀਜੈ ਅਟਕਿਓ ਚੀਤ। ਇਸੇ ਨੂੰ ਭਗਤ ਜੀ ਨੇ ਆਖਿਆ, ਗ੍ਰਹਿਓ ਤਾਜ ਬਨ ਖੰਡ ਜਾਈਐ, ਚੁਣ ਖਾਈਐ ਕੰਦਾ, ਅਜੋ ਵਿਕਾਰ ਨਾ ਛੋਡਈ, ਪਾਪੀ ਮਨ ਮੰਦਾ। ਜੰਗਲ ਵਿੱਚ ਵੀ ਚਲੇ ਗਏ, ਕੰਦ ਮੂਲ ਵੀ ਚੁਣ ਚੁਣ ਕੇ ਖਾ ਲਿਆ, ਪਰ ਵਿਕਾਰ ਨੇ ਫਿਰ ਵੀ ਨਹੀਂ ਛੱਡਿਆ। ਉਹ ਹੰਗਤਾ ਮਮਤਾ ਫਿਰ ਵੀ ਬਣੀ ਰਹੀ, ਤ੍ਰਿਸ਼ਨਾ ਫਿਰ ਵੀ ਬਣੀ ਰਹੀ, ਮੋਹ ਫਿਰ ਵੀ ਬਣਿਆ ਰਿਹਾ, ਪਕੜ ਫਿਰ ਵੀ ਬਣੀ ਰਹੀ। ਤੇ ਕੋਈ ਮੋਨੀ ਬਣ ਕੇ ਬਹਿ ਗਿਆ। ਦਸਮ ਪਾਤਸ਼ਾਹ ਦੇ ਦਰਬਾਰ ਵਿੱਚ ਵੀ ਇੱਕ ਮੋਨੀ ਆਇਆ ਸੀ। ਖਾਲਸਾ ਸਿੰਘ ਕਹਿਣ ਲੱਗੇ ਕਿ ਮਹਾਰਾਜ, ਇੱਕ ਮੋਨੀ ਅਦੂਤ ਸਾਧੂ ਆਇਆ, ਜਿਸ ਨੇ ਬੜਾ ਵੱਡਾ ਮੌਨ ਰੱਖਿਆ, ਕਿਸੇ ਨਾਲ ਬੋਲਦਾ ਹੀ ਨਹੀਂ ਹੈ। ਸਤਿਗੁਰੂ ਕਹਿਣ ਲੱਗੇ ਵੀ ਤੁਹਾਨੂੰ ਪਰਖ ਕੇ ਵਿਖਾ ਦਿੰਦੇ। ਮੌਨ ਕਈ ਪ੍ਰਕਾਰ ਦਾ ਹੁੰਦਾ ਹੈ, ਪਰ ਅਸਲ ਮੌਨ ਉਹ ਹੁੰਦਾ ਹੈ ਕਿ ਗਿਆਨ ਦੀ ਪ੍ਰਾਪਤੀ ਹੋ ਜਾਵੇ
ਤੇ ਫਿਰ ਸੁਤੇ ਸਿੱਧ ਹੀ ਚੁੱਪ ਰਵੇ ਇਨਸਾਨ, ਪ੍ਰਭੂ ਨਾਲ ਜੁੜਿਆ ਰਵੇ, ਉਹ ਮੌਨ ਸਫਲਾ। ਜਿਹੜਾ ਹੱਠ ਕਰਕੇ ਬੋਲਣਾ ਨਹੀਂ ਜਾਂ ਲਿਖ ਲਿਖ ਕੇ ਦੇਣਾ ਹੈ, ਕੁਝ ਖਾਣ ਵਾਸਤੇ ਚਾਹੀਦਾ ਤਾਂ ਲਿਖ ਕੇ ਦਿੰਦਾ, ਪੀਣ ਵਾਸਤੇ ਚਾਹੀਦਾ ਤਾਂ ਲਿਖ ਕੇ ਵੀ ਦਿੰਦੇ ਹਨ ਮੌਨੀ ਲੋਕ, ਉਹ ਮੌਨ ਕੋਈ ਬਹੁਤਾ ਸਫਲਾ ਨਹੀਂ ਹੁੰਦਾ। ਮਹਾਰਾਜ ਕਹਿਣ ਲੱਗੇ ਵੀ ਪਰਖ ਕੇ ਵਿਖਾਉਣੇ ਆ ਮੌਨੀ ਅਦੂਤ ਦਾ ਮੌਨ। ਸਿੰਘਾਂ ਨੂੰ ਸੱਦਿਆ, ਕਹਿਣ ਲੱਗੇ ਵੀ ਇਹ ਮੋਨੀ ਬਾਬਾ ਜੀ ਨੂੰ ਘਰੇ ਲੈ ਜਾਓ ਤੇ ਇਹਦੀ ਸੇਵਾ ਬਹੁਤ ਕਰਿਓ, ਚੰਗੀ ਤਰ੍ਹਾਂ ਪਦਾਰਥ ਵਧੀਆ ਬਣਾ ਕੇ ਛਕਾਇਓ। ਉਹ ਸਾਹਮਣੇ ਤਾਂ ਇਸ ਤਰ੍ਹਾਂ ਕਹਿ ਦਿੱਤਾ, ਪਾਸੇ ਕਰਕੇ ਮਹਾਰਾਜ ਸਾਹਿਬ ਜੀ ਨੇ ਸਿੰਘ ਨੂੰ ਕਹਿ ਦਿੱਤਾ ਵੀ ਬਹੁਤਾ ਕੁਝ ਬਣਾਉਣ ਦੀ ਲੋੜ ਨਹੀਂ, ਜੋ ਰੁੱਖਾ ਮਿੱਸਾ ਘਰੇ ਹੋਇਆ ਉਹੀ ਛਕਾ ਦਿਓ। ਤਾਂ ਜਿਸ ਵੇਲੇ ਬਚਨ ਕੀਤਾ ਤੇ ਉਹ ਸਿੰਘ ਆਪਣੇ ਘਰੇ ਅਨੰਦਪੁਰ ਸਾਹਿਬ ਹੀ ਲੈ ਕੇ ਗਿਆ, ਤੇ ਘਰ ਵਿੱਚ ਜੋ ਸਵੇਰ ਦੇ ਪ੍ਰਸ਼ਾਦੇ ਪਏ ਸੀ ਬਏ ਉਹੀ ਲਿਆ ਕੇ ਮੋਨੀ ਅੱਗੇ ਰੱਖ ਦਿੱਤੇ, ਉੱਤੇ ਚਾਰ ਰੱਖ ਦਿੱਤਾ। ਉਹ ਕਰੜੇ ਜੇ ਪ੍ਰਸ਼ਾਦੇ ਲੱਕੜਾਂ ਵਰਗੇ, ਨਾ ਖਾਧੇ ਜਾਣ, ਨਾ ਚਿੱਥੇ ਜਾਣ, ਨਾ ਅੰਦਰ ਲੰਘਣ, ਉੱਤੇ ਚਾਰ। ਉਹ ਸਹਿਜੇ ਸਹਿਜੇ ਛਕਦਾ ਹੈ, ਪਰ ਅੰਦਰੋਂ ਅੰਦਰੀ ਉਗਲੀ ਜਾਂਦਾ, ਅੰਦਰੋਂ ਅੰਦਰੀ ਮਨ ਜਿਹੜਾ ਹੈ ਉਹ ਕ੍ਰਿੱਝਦਾ ਹੈ ਵੀ ਗੁਰੂ ਗੋਬਿੰਦ ਸਿੰਘ ਨੇ ਤੇ ਆਖਿਆ ਸੀ ਵਧੀਆ ਪਦਾਰਥ ਖੀਰ ਕੜਾ ਛਕਾਵੀਂ, ਵਧੀਆ ਪਦਾਰਥ ਛਕਾਵੀਂ, ਵੀ ਇਹਨੇ ਕੀ ਸਿੱਖ ਨੇ ਕੀਤਾ, ਇਹਨੇ ਆਪਣੇ ਗੁਰੂ ਦਾ ਵਚਨ ਹੀ ਨਹੀਂ ਮੰਨਿਆ। ਮਾੜਾ ਮੋਟਾ ਅੱਧਾ ਕੁ ਖਾਧਾ ਤੇ ਉੱਥੇ ਸੁੱਟ ਕੇ ਕਾਲਾ ਜਿਹਾ ਪੈ ਕੇ ਤੇ ਵਾਪਸ ਆ ਗਿਆ ਮਹਾਰਾਜ ਦੇ ਦਰਬਾਰ ਤੇ ਆ ਕੇ ਬੋਲ ਪਿਆ। ਉਹ ਸਿੱਖ ਵੀ ਮਗਰੀ ਹੈ, ਕਹਿੰਦਾ ਮਹਾਰਾਜ ਇਹ ਕਿਹੋ ਜਿਹੇ ਸਿੱਖ ਤੁਹਾਡੇ, ਇਹਨੇ ਤੁਹਾਡਾ ਵਚਨ ਹੀ ਨਹੀਂ ਮੰਨਿਆ, ਤੁਸੀਂ ਤੇ ਆਖਿਆ ਸੀ ਵਧੀਆ ਪਦਾਰਥ ਛਕਾਵੀਂ ਤੇ ਇਸਨੇ ਸੁੱਕੀਆਂ ਰੋਟੀਆਂ ਮੇਰੇ ਅੱਗੇ ਰੱਖੀਆਂ। ਤੇ ਸਤਿਗੁਰੂ ਹੱਸ ਪਏ ਤੇ ਉਸ ਵੇਲੇ ਮਹਾਰਾਜ ਨੇ ਕੀਤਾ ਤੇ ਕੌਤਕ ਥਾਂ ਸੀ ਵੀ ਤੁਹਾਨੂੰ ਪਰਖ ਕੇ ਵਿਖਾਉਣੇ ਆ, ਇਹ ਮੌਨ ਇਥੋਂ ਕਤੀ ਕੀ ਆ ਵੀ ਰੋਟੀ ਨਹੀਂ ਵਧੀਆ ਮਿਲੀ ਤੇ ਮੌਨ ਖੁੱਲ ਗਿਆ, ਬੋਲਣ ਲੱਗ ਪਿਆ। ਅੰਦਰ ਤਾਂ ਪਹਿਲਾਂ ਹੀ ਬੋਲੀ ਜਾਂਦਾ ਸੀ, ਅੰਦਰ ਕਲਪਨਾ ਤੇ ਪਹਿਲਾਂ ਹੀ ਚੱਲਦੀਆਂ ਸੀ, ਜ਼ੁਬਾਨ ਤੋਂ ਹੱਟ ਕਰਕੇ ਚੁੱਪ ਸੀ, ਜਿਸ ਨੂੰ ਮਹਾਰਾਜ ਨੇ ਆਖਿਆ ਵੀ ਇਸ ਤਰ੍ਹਾਂ ਚੁੱਪ ਨਹੀਂ ਹੁੰਦੀ ਹੈ, ਮੂੰਹ ਤੋਂ ਚੁੱਪ ਵੀ ਰਹੀਏ ਤੇ ਮਨ ਬੋਲਦਾ ਹੀ ਰਹਿੰਦਾ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਤਾਂ ਕਿਸੇ ਨੇ ਮੋਨੀ ਸਦਾਉਣਾ ਕੀਤਾ ਹੈ, ਕੋਈ ਇੱਕ ਰਸ ਵੀ ਮੈਂ ਪ੍ਰਭੂ ਦਾ ਭਗਤ ਹਾਂ, ਹੋਰ ਕਿਸੇ ਨੂੰ ਨਹੀਂ ਮੰਨਦਾ, ਕਿਸੇ ਨੇ ਸਦਾਇਆ ਹੈ। ਮਹਾਰਾਜ ਕਹਿੰਦੇ ਅਸੀਂ ਗਰੀਬ ਨੇ ਤਾਂ ਇਹ ਵਾਹਿਗੁਰੂ ਜੀ ਆਪ ਜੀ ਦੀ ਹੀ ਓਟ ਆਸਰਾ ਲੈਣਾ ਕੀਤਾ ਹੈ। ਕਿ ਨਹੀਂ ਕਹਿਆ ਹਉ ਤੀਰਥ ਵਸੀ, ਕਿਸੇ ਨੇ ਆਖਿਆ ਹੈ ਕਿ ਮੈਂ ਤੀਰਥਾਂ ਤੇ ਇਸ਼ਨਾਨ ਕਰਨ ਵਾਲਾ, ਤੀਰਥਾਂ ਤੇ ਵਸਣ ਵਾਲਾ ਤੀਰਥ ਵਾਸੀ ਹਾਂ। ਕੋਈ ਅੰਨ ਤਜ ਭਰਿਆ ਉਦਾਸੀ, ਤੇ ਕੋਈ ਅੰਨ ਦਾ ਤਿਆਗ ਕਰਕੇ ਉਦਾਸੀ ਹੋਇਆ ਹੈ, ਉਪਰਾਮਤਾ ਦੇ ਸਹਿਤ ਜੀਵਨ ਬਸਰ ਕਰਦਾ ਹੈ ਵੀ ਮੈਂ ਸਾਰੇ ਜੀਵਨ ਵਿੱਚ ਅੰਨ ਹੀ ਨਹੀਂ ਖਾਣਾ ਹੈ। ਉਂਝ ਗੁਰੂ ਸਾਹਿਬ ਜੀ ਦਾ ਸਿਧਾਂਤ ਐਸਾ ਨਹੀਂ ਹੈ ਵੀ ਤੁਸੀਂ ਅੰਨ ਦਾ ਤਿਆਗ ਕਰੋ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਛਕੋ ਜ਼ਰੂਰ, ਪਰ ਹਿਸਾਬ ਕਿਤਾਬ ਜੇ ਨਾ ਛਕੋ। ਅੰਨ ਦਾ ਤਿਆਗ ਨਹੀਂ, ਕਿਉਂਕਿ ਸਰੀਰ ਜਿਹੜਾ ਹੈ ਅੰਨ ਦੇ ਨਾਲ ਹੀ ਚੱਲਣਾ, ਇਹਦੀ ਖੁਰਾਕ ਹੀ ਹੈ ਅੰਨ ਪਾਣੀ। ਇਸ ਕਰਕੇ ਗਰੀਬ ਨਵਾਜ ਨੇ ਆਖਿਆ ਛੋਟਾ ਹੈ ਅੰਨ ਕਰਹਿ ਪਾਖੰਡ, ਨਾ ਸੁਹਾਗਣ ਨਾ ਉਹੇ ਰੰਨ। ਅੰਨ ਨੂੰ ਤਿਆਗਣ ਦੇ ਨਾਲ ਕੋਈ ਪ੍ਰਭੂ ਦੀ ਪ੍ਰਾਪਤੀ ਨਹੀਂ ਹੋਣੀ ਹੈ, ਤਿਆਗਣਾ ਤੇ ਵਿਕਾਰਾ ਉਗਣਾ ਨੂੰ ਹੈ। ਹਾਂ ਮਰਿਆਦਾ ਦਾ ਛਕੇ, ਮਰਿਆਦਾ ਰੱਖੇ। ਗੁਰੂ ਸਾਹਿਬ ਨੇ ਆਖਿਆ ਅਲਪ ਆਹਾਰ ਸੁਲਪਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ। ਇਹ ਅਲਪ ਆਹਾਰ ਕਰੇ, ਥੋੜਾ ਛਕੇ, ਬਹੁਤਾ ਜ਼ਿਆਦਾ ਨਾ ਛਕੇ, ਹਰ ਇੱਕ ਥਾਂ ਤੋਂ ਨਾ ਖਾਈ ਜਾਵੇ ਕਿ ਜਿੱਥੋਂ ਮਿਲੇ ਉੱਥੋਂ ਹੀ ਛਕ ਲਵੇ। ਮਰਿਆਦਾ ਰੱਖੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਏ, ਮਨ ਮਹਿ ਚੱਲੇ ਵਿਕਾਰ। ਇਹ ਨਹੀਂ ਵੀ ਹਰ ਇੱਕ ਦੁਕਾਨ ਤੋਂ, ਹਰ ਇੱਕ ਪੈਲਸ ਚੋਂ, ਹਰ ਇੱਕ ਥਾਂ ਤੇ ਜਿੱਥੇ ਮਰਜੀ ਉਹ ਝੂਠਾ ਮਿੱਠਾ ਹੀ ਛਕੀ ਜਾਵੇ, ਇਸ ਤਰ੍ਹਾਂ ਦਾ ਨਾ ਖਾਵੇ। ਤਾਂ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ ਮਰਿਆਦਾ ਦਾ ਛਕੇ ਭਾਵੇਂ। ਕੋਈ ਤਾਂ ਆਪਣੇ ਆਪ ਨੂੰ ਉਦਾਸੀ ਕਹਾਉਂਦਾ ਇਸ ਤਰ੍ਹਾਂ ਦਾ ਅੰਨ ਦਾ ਤਿਆਗ ਕਰਕੇ,
ਕਿਨਹੀ ਭਵਨ ਸਭ ਧਰਤੀ ਕਰਿਆ। ਤੇ ਕਿਸੇ ਨੇ ਸਾਰੀ ਧਰਤੀ ਦੇ ਉੱਤੇ ਭਵਨ ਵਿਚਰਨਾ ਕੀਤਾ ਹੈ। ਉਹ ਕਹਿੰਦਾ ਵੀ ਮੈਂ ਸਾਰੀ ਧਰਤੀ ਦਾ ਹੀ ਭਰਮਣ ਕੀਤਾ ਹੋਇਆ ਹੈ। ਮੋਹਿ ਦੀਨ ਹਰ ਹਰ ਦਰ ਭਰਿਆ। ਪਰ ਮੈਂ ਗਰੀਬ ਤਾਂ ਹੈ ਹਰੀ ਪਰਮੇਸ਼ਰ ਜੀ ਆਪ ਜੀ ਦੇ ਦਰ ਤੇ ਪਿਆ ਹੋਇਆ। ਮੈਨੂੰ ਤੇ ਪਿਆਰਿਆ ਆਪ ਜੀ ਦਾ ਹੀ ਭਰੋਸਾ ਹੈ। ਮੈਂ ਹੋਰ ਕੋਈ ਵੇਸ ਨਹੀਂ ਧਾਰਨ ਕੀਤਾ ਹੈ, ਨਾ ਮੋਨੀਆਂ ਵਾਲਾ, ਨਾ ਅਵਧੂਤ ਵਾਲਾ, ਨਾ ਇਸ ਤਰੀਕੇ ਦਾ ਜੋ ਅੰਨ ਦਾ ਤਿਆਗ ਕਰਨ ਵਾਲੇ ਹਨ। ਮੈਂ ਤੇ ਹੈ ਪ੍ਰਭੂ ਵਾਹਿਗੁਰੂ ਜੀ ਆਪ ਜੀ ਦੇ ਦਰ ਤੇ ਪਿਆ ਹੋਇਆ ਹਾਂ, ਬਾਕੀ ਸਭ ਦੁਆਰਿਆਂ ਨੂੰ ਛੱਡ ਕੇ। ਮੇਰੀ ਤਾਂ ਇਹੀ ਬੇਨਤੀ ਹੈ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਕਿਨਹੀ ਕਹਿਆ ਮੈਂ ਕੁਲ ਹੈ ਵਡਿਆਈ। ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਕੋਈ ਕਹਿੰਦਾ ਹੈ ਵੀ ਮੇਰੇ ਕੁਲ ਦੀ ਵਡਿਆਈ ਹੈ, ਮੇਰੀ ਕੁਲ ਬੜੀ ਵੱਡੀ ਹੈ, ਮੇਰਾ ਖਾਨਦਾਨ ਬੜਾ ਉੱਚਾ ਹੋਇਆ ਹੈ ਤੇ ਮੈਂ ਉੱਚੇ ਖਾਨਦਾਨ ਦੇ ਵਿੱਚ ਪੈਦਾ ਹੋਇਆ ਹਾਂ। ਚੰਗਾ ਖਾਨਦਾਨ ਹੈ ਮੇਰਾ, ਕਿਉਂਕਿ ਖਾਨਦਾਨ ਦੀ ਕੁਲ ਦੀ ਵਡਿਆਈ ਵੀ ਸੰਸਾਰ ਵਿੱਚ ਮੰਨੀ ਜਾਂਦੀ ਹੈ। ਇਸ ਕਰਕੇ ਕਿਸੇ ਨੇ ਆਖਿਆ ਵੀ ਮੇਰੇ ਕੁਲ ਦੀ ਵਡਿਆਈ ਹੈ, ਮੈਂ ਉੱਚੀ ਕੁਲ ਵਿੱਚ ਪੈਦਾ ਹੋਇਆ ਹਾਂ। ਕਿਨਹੀ ਕਹਿਆ ਆਹ ਭਾਈ। ਕਿਸੇ ਨੇ ਆਖਿਆ ਮੇਰੇ ਬਹੁਤੇ ਭਰਾ ਹਨ, ਮੈਂ ਬਹੁਤੇ ਭਰਾਵਾਂ ਵਾਲਾ ਹਾਂ, ਬਹੁਤੇ ਭਰਾਵਾਂ ਦੀਆਂ ਮੇਰੀਆਂ ਬਹੁਤੀਆਂ ਬਾਹਾਂ ਹਨ। ਬਹੁਤੀਆਂ ਬਾਹਾਂ ਕਿਉਂਕਿ ਭਰਾ ਭਰਾ ਦੀ ਬਾਹ ਮੰਨੀ ਜਾਂਦੇ ਆ। ਜਿੰਨੇ ਭਰਾ ਹੋਣ ਕਹਿੰਦੇ ਵੀ ਇੰਨੀਆਂ ਮੇਰੀਆਂ ਬਾਹਾਂ ਮਾਂ, ਮੇਰੇ ਇੰਨੇ ਭਰਾ ਵਾ। ਤੇ ਸੱਜਣਾ ਨੂੰ, ਮਿੱਤਰਾਂ ਨੂੰ, ਦੋਸਤਾਂ ਨੂੰ, ਉਹਨਾਂ ਨੂੰ ਆਪਣੇ ਭਰਾ ਮੰਨਦਾ ਹੈ ਤੇ ਕਹਿੰਦਾ ਵੀ ਮੇਰੀਆਂ ਬਹੁਤੇ ਮੇਰੇ ਭਰਾ ਵਾ, ਬਹੁਤੇ ਭਾਈ ਹਨ ਤੇ ਬਹੁਤੀਆਂ ਮੇਰੀਆਂ ਬਾਹਾਂ ਹਨ, ਮੈਂ ਬਹੁਤਾ ਤਾਕਤਵਰ ਹਾਂ। ਕੋਈ ਕਹੈ ਮੈਂ ਧਨ ਹੈ ਪਸਾਰਾ। ਤੇ ਕੋਈ ਕਹਿੰਦਾ ਹੈ ਕਿ ਮੇਰੇ ਕੋਲੇ ਧਨ ਬਹੁਤਾ ਜ਼ਿਆਦਾ ਹੈ, ਭਾਵੇਂ 7 ਪੀੜ੍ਹੀਆਂ ਬੈਠੀਆਂ ਖਾਈ ਜਾਣ, ਨਹੀਂ ਮੁੱਕਣ ਵਾਲਾ। ਮੇਰੇ ਕੋਲੇ ਧਨ ਦਾ ਬੜਾ ਪਸਾਰਾ ਹੈ, ਮੇਰਾ ਕਾਰੋਬਾਰ ਬੜਾ ਵੱਡਾ ਹੈ। ਉਸੇ ਦਾ ਹੀ ਮਾਣ ਹੈ ਕਿਸੇ ਨੂੰ ਕਿ ਮੇਰੇ ਕੋਲੇ ਧਨ ਬਹੁਤਾ ਜ਼ਿਆਦਾ ਹੈ, ਮੈਂ ਧਨ ਦਾ ਪਸਾਰਾ, ਕਾਰੋਬਾਰ ਬੜਾ ਜ਼ਿਆਦਾ ਵਧਾਇਆ ਹੋਇਆ ਹੈ। ਮੋਹਿ ਦੀਨ ਹਰ ਹਰ ਆਧਾਰਾ। ਪਰ ਪੰਚਮ ਪਾਤਸ਼ਾਹ ਕਹਿੰਦੇ ਵਾਹਿਗੁਰੂ ਮੈਂ ਤਾਂ ਗਰੀਬ ਹਾਂ, ਮੈਨੂੰ ਤੇ ਹੈ ਹਰ ਹਰ ਹੈ ਪਰਮੇਸ਼ਰ ਵਾਹਿਗੁਰੂ ਜੀ ਆਪ ਜੀ ਦਾ ਹੀ ਆਸਰਾ ਹੈ। ਨਾ ਧਨ ਦਾ ਆਸਰਾ ਹੈ, ਨਾ ਬਹੁਤੇ ਭਰਾਵਾਂ ਦੀਆਂ ਬਾਹਾਂ ਦਾ ਆਸਰਾ ਹੈ, ਨਾ ਕੁਲ ਦੀ ਵਡਿਆਈ ਦਾ ਹੀ ਕੋਈ ਆਸਰਾ ਹੈ। ਮੈਂ ਤਾਂ ਗਰੀਬ ਹਾਂ ਤੇ ਮੈਨੂੰ ਗਰੀਬ ਨੂੰ ਪ੍ਰਮਾਤਮਾ ਪਰਮੇਸ਼ਵਰ ਵਾਹਿਗੁਰੂ ਜੀ ਤੇਰਾ ਹੀ ਆਸਰਾ ਹੈ। ਕਿਨਹੀ ਉਗਰ ਕਿਰਤ ਕਰਾਈ। ਤੇ ਕਿਸੇ ਨੇ ਪੈਰਾਂ ਨੂੰ ਘੁੰਗਰੂ ਬੰਨ ਕਰਕੇ ਤੇ ਬਹੁਤਾ ਨਿਰਤ ਕਰਨਾ ਕੀਤਾ ਹੈ, ਆਪ ਵੀ ਨਾਚ ਕੀਤਾ ਹੈ, ਹੋਰਨਾਂ ਨੂੰ ਵੀ ਨਾਚ ਕਰਵਾਇਆ ਹੈ। ਕਿਨਹੂ ਵਰਤ ਨੇਮ ਮਾਲਾ ਪਾਈ। ਕਿਸੇ ਨੇ ਵਰਤ ਰੱਖਣਾ ਕੀਤੇ, ਇਕਾਦਸ਼ੀ ਦਾ, ਦੁਆਦਸ਼ੀ ਦਾ, ਹੋਰ ਤਰ੍ਹਾਂ ਤਰ੍ਹਾਂ ਦੇ ਵਰਤ। ਕਿਸੇ ਨੇ ਨੇਮ ਰੱਖੇ ਆ, ਨੇਮ ਵੀ ਕਈ ਤਰ੍ਹਾਂ ਦੇ ਲੋਕ ਸੰਸਾਰ ਤੇ ਰੱਖਦੇ। ਕੋਈ ਕਹਿੰਦਾ ਹੈ ਵੀ ਮੈਂ ਨੰਗੇ ਪੈਰੀ ਰਹਿਣਾ, ਕੋਈ ਕਹਿੰਦਾ ਹੈ ਮੈਂ ਨੰਗੇ ਪਿੰਡੇ ਰਹਿਣਾ ਹੈ, ਕੋਈ ਕਿਸੇ ਦਿਨ ਵਾਰ ਨੂੰ ਚੁਣ ਲੈਂਦਾ ਵੀ ਇਸ ਦਿਨ ਮੈਂ ਆਹ ਕੁਝ ਨਹੀਂ ਛਕਣਾ। ਇਸ ਤਰ੍ਹਾਂ ਦੇ ਨੇਮ ਵੀ ਰੱਖੇ ਜਾਂਦੇ। ਪਰ ਗਰੀਬ ਨਵਾਜ਼ ਸਾਹਿਬ ਕਹਿੰਦੇ ਵੀ ਜੇ ਕੁਝ ਤਿਆਗਣਾ ਹੈ ਨਾ ਤਾਂ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤਿਆਗਣਾ ਚਾਹੀਦਾ। ਤਿਆਗਣਾ ਤਿਆਗਣ ਦੀ ਕਾ, ਕਾਮ ਕ੍ਰੋਧ ਲੋਭ ਤਿਆਗਣਾ, ਇਹਨਾਂ ਵਿਕਾਰਾਂ ਨੂੰ ਤਿਆਗਣਾ ਚਾਹੀਦਾ ਹੈ। ਕਿਸੇ ਨੇ ਵਰਤ ਰੱਖੇ, ਕਿਸੇ ਨੇ ਨੇਮ ਰੱਖੇ, ਕਿਸੇ ਨੇ ਮਾਲਾ ਪਾਈ ਹੈ। ਮਾਲਾ ਵੀ ਤਰ੍ਹਾਂ ਤਰ੍ਹਾਂ ਦੀਆਂ ਹਨ ਸੰਸਾਰ ਵਿੱਚ। ਕੰਠੀ ਕੰਠ ਕਾਠ ਕੀ ਡਾਰੀ, ਪ੍ਰਭ ਕੀ ਪ੍ਰੀਤ ਰੀਤ ਨਾ ਵਿਚਾਰੀ। ਕਈਆਂ ਨੇ
ਐਸਾ ਵੀ ਨੇਮ ਰੱਖਿਆ ਵੀ ਅਸੀਂ ਲੱਕੜ ਦੀ ਮਾਲਾ ਹੀ ਰੱਖਣੀ ਹੈ, ਕਿਸੇ ਨੇ ਨੇਮ ਰੱਖਿਆ ਹੋਇਆ ਵੀ ਆਪਾਂ ਉੱਨ ਦੀ ਮਾਲਾ ਹੀ ਰੱਖਣੀ ਹੈ। ਤੇ ਮਾਲਾ ਤੇ ਜਪਣ ਵਾਸਤੇ ਹੈ, ਜੇ ਜਪਦਾ ਨਹੀਂ ਤੇ ਜਿਹੜੀ ਮਰਜ਼ੀ ਰੱਖੀ ਜਾਵੇ, ਭਾਵੇਂ ਉੱਨ ਦੀ ਰੱਖ ਲਵੇ, ਭਾਵੇਂ ਲੱਕੜ ਦੀ ਰੱਖ ਲਵੇ, ਭਾਵੇਂ ਲੋਹੇ ਦੀ ਰੱਖ ਲਵੇ। ਭਗਤ ਕਬੀਰ ਸਾਹਿਬ ਜੀ ਨੇ, ਉਂਝ ਸਾਧੂਆਂ ਨੇ, ਮਹਾਤਮਾ ਨੇ ਮਾਲਾ ਨੂੰ ਵੀ ਵਰਤਿਆ ਹੈ ਨਾਮ ਜਪਣ ਵਾਸਤੇ, ਕੋਈ ਮਾੜੀ ਗੱਲ ਨਹੀਂ ਹੈ। ਪਰ ਮਾਲਾ ਤੋਂ ਅੱਗੇ ਫਿਰ ਭਗਤ ਜੀ ਨੇ ਇਹ ਵੀ ਬਚਨ ਕਹਿ ਦਿੱਤਾ, ਪਹਿਲਾਂ ਮਾਲਾ ਨਾਲ ਵੀ ਜਪਦੇ ਸੀ ਭਗਤ ਕਬੀਰ ਸਾਹਿਬ ਜੀ। ਤਾਂ ਹੀ ਮਾਤਾ ਨੇ ਆਖਿਆ ਸੀ ਵੀ ਜਦੋਂ ਦੀ ਮੇਰੇ ਕਬੀਰ ਨੇ ਮਾਲਾ ਲੈ ਲਈ ਨਾ, ਉਦੋਂ ਦਾ ਸੁੱਖ ਨਹੀਂ ਪ੍ਰਾਪਤ ਹੋਇਆ। ਜਬ ਕਿ ਮਾਲਾ ਲਈ ਨਪੂਤੇ ਤਬ ਤੇ ਸੁੱਖ ਨਾ ਭਇਓ। ਤਾਂ ਭਗਤ ਜੀ ਫਿਰ ਜਪਦਿਆਂ ਕਹਿਣ ਲੱਗੇ ਵੀ ਮੇਰੀ ਤੇ ਸਿਮਰਨੀ, ਸਿਮਰਨਾ ਵੀ ਕਹਿ ਦਿੰਦੇ, ਸਿਮਰਨੀ ਵੀ ਕਹਿ ਦਿੰਦੇ ਨਾ ਮਾਲਾ, ਕਹਿੰਦੇ ਮੇਰੀ ਹੁਣ ਰਸਨਾ ਹੀ ਸਿਮਰਨੀ ਹੈ। ਇਹਦੇ ਉੱਤੇ ਜਿਹੜਾ ਪਰਮੇਸ਼ਰ ਦਾ ਮੈਂ ਨਾਮ ਜਪਦਾ ਵਾ, ਇਹ ਰਸਨਾ ਹੀ ਮਾਲਾ ਬਣ ਗਈ ਮੇਰੀ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦਿ ਜੁਗਾਦੀ ਸਗਲ ਭਗਤਤਾ ਕੋ ਸੁਖ ਬਿਸਰਾਮ। ਜਿਨ੍ਹਾਂ ਨੇ ਜਪਿਆ ਹੈ ਮਾਲਾ ਦੇ ਨਾਲ, ਉਹਨਾਂ ਦੀ ਮਾਲਾ ਧਾਰਨ ਕੀਤੀ ਹੋਈ ਸਫਲੀ ਹੈ। ਪਰ ਜਿਨ੍ਹਾਂ ਨੇ ਸਿਰਫ ਵਿਖਾਵੇ ਮਾਤਰੀ ਗਲ ਵਿੱਚ ਪਾ ਲਈ, ਹੱਥ ਵਿੱਚ ਕਈ ਪਾ ਲੈਂਦੇ ਨਾ ਚਮਕਦੀਆਂ ਜੀਆਂ ਹੱਥ ਵਿੱਚ, ਫਿਰਨ ਭਾਵੇਂ ਨਾ ਆਏ, ਵਧੀਆ ਲੱਗਦੀ, ਸੋਹਣੀ ਲੱਗਦੀ ਨਾ ਲਿਸ਼ਕਦੇ ਜੇ ਮੋਤੀ, ਉਹ ਹੱਥ ਵਿੱਚ, ਕਈ ਦਮਾਲੇ ਤੇ ਵੀ ਸਜਾਉਂਦੇ, ਕਈ ਗਲ ਵਿੱਚ ਵੀ ਪਾਉਂਦੇ। ਚਲੋ ਵਧੀਆ ਵਾ, ਮਾੜੀ ਤੇ ਨਹੀਂ ਪਾਉਣੀ, ਪਰ ਸਫਲੀ ਤੇ ਤਾਂ ਹੀ ਹੈ ਜੇ ਜਪਿਆ ਜਾਵੇ, ਉਹਦੇ ਨਾਲ ਮੂਲ ਮੰਤਰ ਜਪ ਲਿਆ ਜਾਵੇ, ਗੁਰ ਮੰਤਰ ਦੀਆਂ ਮਾਲਾ ਕੁਝ ਕਰ ਲਈਆਂ ਜਾਣ, ਫਿਰ ਤਾਂ ਸਫਲੀ ਹੋਵੇਗੀ, ਨਹੀਂ ਤੇ ਸਫਲੀ ਨਹੀਂ। ਮਹਾਰਾਜ ਸਾਹਿਬ ਕਹਿੰਦੇ ਵੀ ਕਿਸੇ ਨੇ ਵਰਤ ਰੱਖੇ ਆ, ਕਿਸੇ ਨੇ ਨੇਮ ਰੱਖੇ ਤਰ੍ਹਾਂ ਤਰ੍ਹਾਂ ਦੇ, ਕਿਸੇ ਨੇ ਮਾਲਾ ਪਾਈ ਹੋਈ ਹੈ। ਕਿਨਹੀ ਤਿਲਕ ਗੋਪੀ ਚੰਦਨ ਲਾਇਆ, ਤੇ ਕਿਸੇ ਨੇ ਗੋਪੀ ਚੰਦਨ ਦਾ ਤਿਲਕ ਲਾਉਣਾ ਕੀਤਾ। ਇਹਦਾ ਮਹਾਂਪੁਰਖਾਂ ਨੇ ਦੱਸਿਆ ਵੀ ਜਿਸ ਥਾਂ ਦੇ ਉੱਤੇ ਜਦੋਂ ਇਹ ਸ੍ਰੀ ਅਰਜਨ ਜੋ ਪਾਂਡਵਾਂ ਵਿੱਚੋਂ ਇੱਕ ਸੀ ਨਾ, ਉਹਨਾਂ ਨੂੰ ਉਹ ਗੋਪੀਆਂ ਛਡਾਉਣ ਵਾਸਤੇ ਭੇਜਿਆ ਸੀਗਾ। ਜਿਸ ਵੇਲੇ ਲੈ ਕੇ ਜਾ ਰਹੇ ਸੀ ਤੇ ਰਾਹ ਦੇ ਵਿੱਚ ਭੀਲਾਂ ਦਾ ਲੜਕਾ, ਉਸ ਨੇ ਰੋਕ ਲਿਆ, ਅਰਜਨ ਦੇ ਨਾਲ ਮੁਕਾਬਲਾ ਕੀਤਾ ਤੇ ਉਸ ਥਾਂ ਦੇ ਉੱਤੇ ਫਿਰ ਉਹ ਗੋਪੀਆਂ ਜਿਹੜੀਆਂ ਸੀ ਬਹੁਤੀਆਂ ਮਾਰੀਆਂ ਗਈਆਂ। ਜਿੱਥੇ ਉਹਨਾਂ ਦਾ ਖੂਨ ਡੁੱਲਾ, ਉਸ ਥਾਂ ਦਾ ਕਹਿੰਦੇ ਵੀ ਫਿਰ ਸਨਾਤਨ ਮੱਤ ਦੇ ਵਿੱਚ ਉਹ ਤਿਲਕ ਲਾਉਣਾ ਜਿਹੜਾ ਪੁੰਨ ਮੰਨਿਆ ਜਾਂਦਾ, ਉਹਨੂੰ ਗੋਪੀ ਚੰਦਨ, ਉੱਥੋਂ ਦੀ ਮਿੱਟੀ ਦਾ ਜਿਹੜਾ ਹੈ ਨਾ ਤਿਲਕ ਲਾਉਂਦੇ, ਉਹਨੂੰ ਗੋਪੀ ਚੰਦਨ ਤਿਲਕ ਕਹਿੰਦੇ। ਤਾਂ ਕਹਿੰਦੇ ਹਨ ਵੀ ਕਿਸੇ ਨੇ ਉਹ ਤਿਲਕ ਲਾਇਆ ਆਪਣੇ ਮੱਥੇ ਦੇ ਉੱਤੇ, ਚੀਕਣੀ ਮਿੱਟੀ ਦਾ ਗੋਪੀ ਚੰਦਨ ਜਿਹੜਾ ਹੈ, ਉੱਥੋਂ ਦਾ ਜਿਹੜਾ ਤਿਲਕ ਹੈ ਉਹ ਲਾਉਣਾ ਕੀਤਾ ਹੈ। ਮੋਹਿ ਦੀਨ ਹਰ 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 ਧਿਆਇਆ, ਪਰ ਮੈਂ ਗਰੀਬ ਨੇ ਤੇ ਤਿੰਨਾਂ ਸਮਿਆਂ ਦੇ ਵਿੱਚ ਵਸਣ ਵਾਲੇ ਹਰੀ ਪਰਮੇਸ਼ਰ ਜੀ ਮਨ ਬਾਣੀ ਸਰੀਰ ਕਰਕੇ ਆਪ ਜੀ ਨੂੰ ਹੀ ਧਿਆਇਆ। ਜਿਵੇਂ ਇਸ ਪਦੇ ਚ ਮਹਾਰਾਜ ਸਾਹਿਬ ਜੀ ਨੇ ਮਾਲਾ ਦਾ ਜ਼ਿਕਰ ਕੀਤਾ ਪਿਛੇ, ਕਿਨਹੋ ਵਰਤ ਨੇ ਮਾਲਾ ਪਾਈ, ਕਿ ਕਿਸੇ ਨੇ ਮਾਲਾ ਪਾ ਲਈ। ਦੋਵੇਂ ਪੱਖ ਹੁੰਦੇ ਸਾਧ ਸੰਗਤ ਜੀ, ਇੱਕ ਤਾਂ ਜਪਣ ਵਾਸਤੇ ਆਪਣੇ ਕੋਲੇ ਰੱਖਦੇ ਆ ਤੇ ਇੱਕ ਠੱਗੀ ਮਾਰਨ ਵਾਸਤੇ ਵੀ ਮਾਲਾ ਰੱਖਦੇ। ਉਹਦਾ ਵੀ ਜ਼ਿਕਰ ਭਗਤ ਕਬੀਰ ਸਾਹਿਬ ਜੀ ਨੇ ਕੀਤਾ। ਇੱਕ ਵਾਰੀ ਸੰਗਤ ਆ ਗਈ ਸੀ ਕਬੀਰ ਸਾਹਿਬ ਜੀ ਦੇ ਕੋਲੇ, ਕਹਿੰਦੇ ਜੀ ਸਾਨੂੰ ਸਾਧੂਆਂ ਨੇ ਠੱਗ ਲਿਆ। ਭਗਤ ਜੀ ਕਹਿੰਦੇ ਨਾਲੇ ਕਹਿੰਦੇ ਉਹ ਸਾਧੂਆਂ ਨੇ, ਨਾਲੇ ਕਹਿੰਦੇ ਠੱਗ ਲਿਆ, ਵੀ ਜਾਂ ਤੇ ਕਹੋ ਠੱਗਾਂ ਨੇ ਠੱਗ ਲਿਆ, ਚੋਰਾਂ ਨੇ ਵੀ ਸਾਡਾ ਸਮਾਨ ਚੋਰੀ ਕਰ ਲਿਆ। ਕਹਿੰਦੇ ਨਹੀਂ ਜੀ ਸਾਨੂੰ ਤਾਂ ਸਾਧੂਆਂ ਨੇ ਠੱਗ ਲਿਆ। ਕਹਿੰਦੇ ਵੀ ਕਿਵੇਂ ਸਾਧੂਆਂ ਨੇ ਠੱਗ ਲਿਆ? ਕਹਿੰਦੇ 3.5 ਗਜ 3.5 ਗਜ ਦੀਆਂ ਉਹਨਾਂ ਦੀਆਂ ਧੋਤੀਆਂ ਸੀ, ਹੱਥਾਂ ਵਿੱਚ ਉਹਨਾਂ ਦੇ ਲੋਟੇ ਸੀ, ਕਰਮੰਡਲ ਸੀ, ਗਲਾਂ 'ਚ ਉਹਨਾਂ ਦੇ ਮਾਲਾ ਪਾਈਆਂ ਹੋਈਆਂ ਸੀ, ਤੇ ਲੱਕੜ ਵੀ ਧੋ ਕੇ ਬਾਲਦੇ ਸੀ। ਧੋ ਕੇ ਬਾਲਣ ਤੋਂ ਭਾਵ ਇਹ ਜਿਹੜੇ ਉਹਨਾਂ ਦੇ ਪੰਛੀਆਂ ਨੇ ਗੰਦ ਪਾਇਆ, ਉਹ ਧੋ ਕੇ ਪਹਿਲਾਂ ਧੁੱਪੇ ਸੁਕਾ ਲੈਂਦੇ ਸੀ ਤੇ ਫਿਰ ਬਾਲਦੇ ਸੀ। ਪਹਿਲਾਂ ਧੋ ਲੈਂਦੇ ਸੀ, ਫਿਰ ਧੁੱਪੇ ਸੁਕਾ ਲੈਂਦੇ ਸੀ ਤੇ ਫਿਰ ਬਾਲਦੇ। ਕਹਿੰਦੇ ਵੀ ਬਾਲਣ ਵੀ ਜਿਹੜਾ ਵਾ ਇਹ ਸੁੱਚਾ ਕਰਕੇ ਹੀ ਬਾਲਣਾ।
ਵੀ ਇਸ ਤਰ੍ਹਾਂ ਦੇ ਸੀ ਉਹ ਤਾਂ ਬੜੀ ਸੁਚਮਤਾ ਰੱਖਦੇ ਸੀ, ਪਰ ਸਾਡਾ ਸਾਰਾ ਹੀ ਸਾਜੋ ਸਮਾਨ ਲੁੱਟ ਕੇ ਲੈ ਗਏ। ਕਹਿੰਦੇ ਤੁਸੀਂ ਤਾਂ ਬਾਹਰੀ ਭੇਸ ਵੇਖ ਕਰਕੇ ਉਹਨਾਂ ਦੇ ਉੱਤੇ ਮੋਹਿਤ ਹੋ ਗਏ, ਅਸਲ 'ਚ ਉਹ ਸਾਧੂ ਨਹੀਂ, ਉਹ ਤਾਂ ਬਨਾਰਸ ਦੇ ਠੱਗ ਸੀ। ਗੱਜ ਸਾਢੇ ਤੈ ਤੈ ਧੋਤੀਆਂ, ਤੇਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪਮਾਲੀਆਂ, ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤਨਾ ਆਖੀਆ ਹੈ, ਬਾਨਾਰਸ ਕੇ ਠੱਗ। ਕਈਆਂ ਨੇ ਮਾਲਾ ਇਸ ਤਰ੍ਹਾਂ ਵੀ ਪਾਈ ਹੈ, ਪਰ ਉਹਨਾਂ ਦੀ ਸਫਲੀ ਨਹੀਂ ਹੈ। ਕਿਸੇ ਨੇ ਤਿਲਕ ਲਾਉਣਾ ਕੀਤਾ ਹੈ, ਪਰ ਮੈਂ ਗਰੀਬ ਨੇ ਤੇ ਹੇ ਵਾਹਿਗੁਰੂ ਪਰਮੇਸ਼ਰ ਜੀ, ਮਨ ਬਾਣੀ ਸਰੀਰ ਕਰਕੇ ਆਪ ਜੀ ਨੂੰ ਹੀ ਧਿਆਇਆ ਹੈ। ਤੇ ਕਿਸੇ ਨੇ ਆਪਣੇ ਆਪ ਨੂੰ ਸਿੱਧ ਖਵਾਉਣਾ ਕੀਤਾ ਹੈ। ਉਹ ਰਿੱਧੀਆਂ ਸਿੱਧੀਆਂ ਦੇ ਬਹੁਤੇ ਨਾਟਕ ਚੇਟਕ ਜਿਹੜਾ ਹੈ ਉਹ ਕਰਦਾ ਹੈ, ਤਮਾਸ਼ੇ ਵਿਖਾਉਂਦਾ ਹੈ। ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾ ਆਓ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਪਾਓ। ਉਹ ਗੁਪਤ ਪ੍ਰਗਟ ਹੁੰਦਾ ਹੈ, ਆਪਣੀਆਂ ਸਿੱਧੀਆਂ ਦੇ ਚਮਤਕਾਰੇ ਬਹੁਤੇ ਨਾਟਕ ਚੇਟਕ ਵਿਖਾਉਂਦਾ ਹੈ। ਕਿਸੇ ਨੇ ਬਹੁਤੇ ਭੇਖ ਬਣਾਉਣਾ ਕੀਤੇ ਆ, ਬਹੁਤੇ ਹੀ ਭੇਖ ਦੇ ਥਾਟ ਬਣਾਏ ਹੋਏ ਆ, ਬਹੁਤਾ ਸਜਾਉਣਾ ਕੀਤਾ ਆਪਣੇ ਆਪ ਨੂੰ। ਤੇ ਕਿਸੇ ਨੇ ਬਹੁਤੇ ਤੰਤਰ ਤੇ ਮੰਤਰ ਕਰਨਾ ਕੀਤੇ ਹਨ। ਇਹ ਬਹੁਤੇ ਲਾਉਣਾ, ਬਹੁਤੇ ਪੜ੍ਹਨਾ ਕੀਤੇ ਹਨ ਤੰਤਰ ਮੰਤਰ। ਪਰ ਮੈਂ ਗਰੀਬ ਨੇ ਤੇ ਨਾ ਇਹ ਸਿੱਧੀਆਂ ਵਾਲੇ ਨਾਟਕ ਚੇਟਕ ਕੀਤੇ ਆ, ਨਾ ਬਹੁਤੇ ਭੇਖਾਂ ਦੇ ਥਾਟ ਬਣਾਏ ਆ, ਬਹੁਤਾ ਲਿਬਾਸ ਵੀ ਨਹੀਂ ਧਾਰਨ ਕੀਤਾ, ਨਾ ਤੰਤਰ ਮੰਤਰ ਮੈਂ ਕਰਦਾ ਹਾਂ। ਇਹ ਵਾਹਿਗੁਰੂ ਮੈਂ ਤਾਂ ਗਰੀਬ ਹਾਂ। ਤੇ ਹੇ ਤਿੰਨਾਂ ਸਮਿਆਂ ਵਿੱਚ ਵਸਣ ਵਾਲੇ, ਸਤਯੁਗ ਵਿੱਚ ਵਸਣ ਵਾਲੇ ਹਰੀ, ਤ੍ਰੇਤੇ ਵਿੱਚ, ਦੁਆਪਰ ਵਿੱਚ, ਕਲਯੁਗ ਵਿੱਚ, ਆਪ ਜੀ ਨੇ ਬਣ ਬਾਣੀ ਸਰੀਰ ਕਰਕੇ ਆਪ ਜੀ ਦੀ ਸੇਵਾ ਵਿੱਚ ਹੀ ਮੈਂ ਤਾਂ ਲੱਗਾ ਹੋਇਆ, ਸੇਵਾ ਭਗਤੀ ਦੇ ਵਿੱਚ। ਮੈਂ ਗਰੀਬ ਨੇ ਤਾਂ ਪ੍ਰਮਾਤਮਾ ਤੇਰੀ ਸੇਵਾ ਹੀ ਕਰਨਾ ਕੀਤੀ ਹੈ। ਕੋਈ ਚਤੁਰ ਕਹਾਵੈ ਪੰਡਿਤ, ਕੋਈ ਆਪਣੇ ਆਪ ਨੂੰ ਬੜਾ ਚਤੁਰ ਚਲਾਕ ਵਿਦਵਾਨ ਕਹਾਉਂਦਾ ਹੈ, ਪੰਡਿਤ ਕਹਾਉਂਦਾ ਹੈ ਕਿ ਮੈਂ ਬੜਾ ਚਤੁਰ ਪੰਡਿਤ ਹਾਂ, ਵਿਦਵਾਨ ਹਾਂ, ਸਭ ਕੁਝ ਪੜ੍ਹਿਆ ਹੋਇਆ ਹਾਂ। ਉਹ ਖਾਟ ਕਰਮ ਸਹਿਤ ਸਿਉ ਮੰਡਿਤ, ਤੇ ਕੋਈ ਛੇ ਕਰਮ ਕਰਦਾ ਹੈ, ਉਹਨਾਂ ਦੇ ਸਹਿਤ ਆਪਣੇ ਆਪ ਨੂੰ ਮੰਡਿਤ ਭੂਸ਼ਿਤ ਕਰਦਾ ਹੈ, ਸਜਾਉਂਦਾ ਹੈ। ਛੇ ਕਰਮ ਕਰਨ ਵਾਲਾ ਹੈ, ਵੇਦ ਪੜ੍ਹਨੇ ਪੜ੍ਹਾਉਣੇ, ਜਗ ਕਰਨਾ ਕਰਾਉਣਾ, ਦਾਨ ਦੇਣਾ ਲੈਣਾ, ਇਸ ਤਰ੍ਹਾਂ ਦੇ ਆਦਿਕ ਜਿਹੜੇ ਹੋਰ ਵੀ ਕਰਮ ਹਨ ਉਹ ਕਰਦਾ ਹੈ। ਕੋਈ ਕਰੈ ਆਚਾਰ ਸੁ ਕਰਨੀ, ਤੇ ਕੋਈ ਕਰਦਾ ਹੈ ਆਪਣਾ ਆਚਾਰ ਕਰਤੱਵ ਸ੍ਰੇਸ਼ਟ ਆਚਰਨ ਰੱਖਦਾ ਹੈ, ਸ੍ਰੇਸ਼ਟ ਕਰਨੀ ਕਰਦਾ ਹੈ। ਮੋਹਿ ਦੀਨ ਹਰ 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 ਸਰਣੀ, ਪਰ ਮੈਂ ਗਰੀਬ ਨੇ ਤੇ ਹਰ ਵੇਲੇ ਇਹ ਹਰੀ, ਹਰੇਕ ਨੂੰ ਹਰੇ ਭਰੇ ਕਰਨ ਵਾਲੇ ਦੁੱਖਾਂ ਦੇ ਹਾਰਕ ਆਪ ਜੀ ਦੀ ਸ਼ਰਨ ਹੀ ਗ੍ਰਹਿਣ ਕੀਤੀ ਹੈ। ਸਗਲੇ ਕਰਮ ਧਰਮ ਜੁਗ ਸੋਧੇ, ਸਾਰੇ ਕਰਮ ਧਰਮ ਜਿੰਨੇ ਇਸ ਯੁੱਗ ਵਿੱਚ ਹਨ ਉਹ ਸੋਧੇ ਵਿਚਾਰੇ ਹਨ। ਬਿਨ ਨਾਵੈ ਮਨ ਨਾ ਪ੍ਰਬੁੱਧੇ, ਗਰੀਬ ਨਵਾਜ ਸਾਹਿਬ ਜੀ ਕਹਿੰਦੇ ਨਾਮ ਜਪਣ ਤੋਂ ਬਿਨਾ, ਨਾਮ ਨਾਲ ਜੁੜੇ ਤੋਂ ਬਿਨਾ ਇਹ ਮਨ ਜਿਹੜਾ ਹੈ ਮੰਨਦਾ ਨਹੀਂ, ਇਹਨੂੰ ਗਿਆਨ ਨਹੀਂ ਪ੍ਰਾਪਤ ਹੁੰਦਾ। ਮਨ ਪਰ ਵਿਸ਼ੇਸ਼ ਕਰਕੇ ਬੋਧ ਗਿਆਨ ਹਾਸਲ ਨਹੀਂ ਕਰਦਾ, ਇਹ ਮਨ ਪ੍ਰਬੋਧਿਆ ਨਹੀਂ ਜਾਂਦਾ। ਸਾਰੇ ਜਿੰਨੇ ਵੀ ਕਰਮ ਧਰਮ ਪਿੱਛੇ ਦੱਸੇ ਸਾਰੀ ਅਸ਼ਟਪਦੀ ਦੇ ਵਿੱਚ ਇਹਨਾਂ ਨੂੰ ਸੋਧਿਆ ਹੈ, ਵਿਚਾਰਿਆ, ਇਹਨਾਂ ਦੇ ਕਰਨ ਦੇ ਨਾਲ ਮਨ ਫਿਰ ਵੀ ਡਾਵਾਂਡੋਲ ਹੋਇਆ ਰਹਿੰਦਾ ਹੈ, ਮਨ ਔਗਣਾ ਵਿਕਾਰਾਂ ਵਿੱਚ ਫਸਿਆ ਰਹਿੰਦਾ ਹੈ। ਬਾਕੀ ਸਾਰੇ ਕਰਮ ਹੌਲੇ ਹਨ, ਨਾਮ ਸਭ ਤੋਂ ਵੱਡਾ ਹੈ, ਸਭ ਤੋਂ ਮਹਾਨ ਹੈ। ਸਭ ਤੀਰਥ ਵਰਤ ਜਗ ਪੁੰਨ ਤੋ ਲਾਹਾ, ਹਰ ਹਰ ਨਾਮ ਨਾ ਪੁੱਜਹਿ ਪੁਜਾਹਾ। ਨਾਮ ਦੇ ਬਰਾਬਰ ਮਾਰੇ ਕਹਿੰਦੇ ਕੋਈ ਵੀ ਸਾਧਨ ਨਹੀਂ ਪੁੱਜ ਸਕਦਾ। ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢਢੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਜਾਪ ਤਾਪ ਗਿਆਨ ਸਭ ਧਿਆਨ, ਹਰ ਸ਼ਾਸਤਰ ਸਿਮਰਤ ਵਖਿਆਨ। ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਮਨ ਮਧੇ ਫਿਰਿਆ। ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ। ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ। ਨਹੀਂ ਤੁਲ ਰਾਮ ਨਾਮ ਵਿਚਾਰ,
ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਨਾਮ ਤੋਂ ਬਿਨਾ ਇਹ ਮਨ ਗਿਆਨ ਦੇ ਸਹਿਤ ਨਹੀਂ ਹੁੰਦਾ, ਇਹ ਮਨ ਟਿਕਦਾ ਨਹੀਂ ਹੈ। ਕਹੋ ਨਾਨਕ ਜੋ ਸਾਧ ਸੰਗ ਪਾਇਆ। ਪੰਚਮ ਪਾਤਸ਼ਾਹ ਮਹਾਰਾਜ ਅਖੀਰਲੀਆਂ ਪੰਕਤੀਆਂ 'ਚ ਕਹਿੰਦੇ ਹਨ, ਜਦੋਂ ਸਾਧ ਸੰਗਤ ਦੀ ਪ੍ਰਾਪਤੀ ਹੋਈ, ਬੂਝੀ ਤ੍ਰਿਸ਼ਨਾ ਮਹਾ ਸੀਤ ਲਾਇਆ। ਫਿਰ ਅੰਦਰ ਤ੍ਰਿਸ਼ਨਾ ਬੁਝ ਗਈ, ਜੋ ਪਦਾਰਥਾਂ ਦੀ ਤ੍ਰਿਸ਼ਨਾ ਬਣੀ ਹੋਈ ਸੀ, ਹੋਰ ਵਿਕਾਰਾਂ ਦੀ ਖਿੱਚ ਬਣੀ ਹੋਈ ਸੀ, ਉਹ ਸਾਰੀ ਤ੍ਰਿਸ਼ਨਾ ਬੁਝ ਗਈ ਜਗਿਆਸੂ ਦੀ ਜਦੋਂ ਸਾਧ ਸੰਗਤ ਪ੍ਰਾਪਤ ਹੋਈ ਜੀਵ ਨੂੰ। ਫਿਰ ਮਹਾ ਸੀਤ ਲਾਇਆ, ਮਹਾਨ ਹੀ ਫਿਰ ਸੀਤਲ ਹੋ ਗਿਆ, ਠੰਡਾ ਹੋ ਗਿਆ ਅੰਦਰ। ਮਹਾਨ ਹੀ ਸ਼ਾਂਤੀ ਇਸ ਨੂੰ ਪ੍ਰਾਪਤ ਹੋ ਗਈ, ਅੰਦਰ ਠੰਡਾ ਹੋ ਗਿਆ। ਜਿਹੜੇ ਬਾਕੀ ਸਾਰੇ ਕਰਮ ਧਰਮ ਕਰਨ ਦੇ ਨਾਲ ਅੰਦਰ ਅੱਗ ਮੱਚਦੀ ਰਹੀ ਤ੍ਰਿਸ਼ਨਾ ਦੀ, ਪਰ ਜਿਸ ਵੇਲੇ ਨਾਮ ਦਾ ਅੰਮ੍ਰਿਤ ਜਲ ਪ੍ਰਾਪਤ ਹੋਇਆ, ਫਿਰ ਮਹਾਨ ਠੰਡ ਪ੍ਰਾਪਤ ਹੋਈ। ਕਲ ਤਾਤੀ ਠੰਡਾ ਹਰਨਾਉ, ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਈ ਘਾਮ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਵਾਹਿਗੁਰੂ ਦਾ ਨਾਮ ਜਪ ਕੇ ਮਨ ਦੀ ਤ੍ਰਿਸ਼ਨਾ ਦੀ, ਪਦਾਰਥਾਂ ਦੀ ਤ੍ਰਿਸ਼ਨਾ ਦੀ, ਵਿਕਾਰਾਂ ਦੀ ਬਲਦੀ ਹੋਈ ਅੱਗ ਇਹ ਠੰਡੀ ਹੁੰਦੀ ਹੈ ਤੇ ਮਨ ਠੰਡਾ ਠਾਰ ਹੁੰਦਾ ਹੈ ਤੇ ਜੀਵ ਦੇ ਹਿਰਦੇ ਵਿੱਚ ਸ਼ਾਂਤੀ ਵਸਦੀ ਹੈ। ਗੁਰੂ ਸਾਹਿਬ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਇਹੋ ਸੱਜਣੇ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਕਹੋ ਨਾਨਕ ਜੋ ਸਾਧ ਸੰਗ ਪਾਇਆ। ਬੁਝੀ ਤ੍ਰਿਸ਼ਨਾ ਮਹਾ ਸੀਤ ਲਾਇਆ। ਵਾਹਿਗੁਰੂ ਜੀ ਕਾ ਖਾਲਸਾ